महान जरनैल ਨੂੰ ਆਪਾਂ याद कर रहे हैं। गुरु प्यारियो, अपने पास पंथ प्रसिद्ध पंथ के महान विद्वान भाई साहब बाबा बंता सिंह जी, जो कि संप्रदाय दल बाबा बिधि चंद जी के परिवार ਨੂੰ बिलोंग करते हैं, अपने पास पहुँचे हैं। बाबा बिधि चंद जी दियाँ ਆਪਾਂ ਕਿੰਨੀਆਂ ਸਾਖੀਆਂ ਇਸ ਪਰਿਵਾਰ ਦੀ ਦੇਣ, ਮਹਾਰਾਜ ਜੀ ਦੇ ਨਾਲ ਕਿਸ ਤਰ੍ਹਾਂ ਦੁਸ਼ਾਲਿਆਂ ਦਾ ਲਿਆਉਣਾ, ਘੋੜਿਆਂ ਦਾ ਛਡਾਉਣਾ, ਬਹੁਤ ਬਹੁਤ ਵੱਡੀਆਂ ਜੋ ਮਹਾਰਾਜ ਜੀ ਦੇ ਚਰਨਾਂ 'ਚ ਸੇਵਾਵਾਂ ਕੀਤੀਆਂ, ਉਸ ਪਰਿਵਾਰ ਦੇ ਵਿੱਚੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਆਪਣੇ ਪਾਸ ਬਾਬਾ ਬੰਤਾ ਸਿੰਘ ਜੀ ਜੋ ਪਹੁੰਚੇ ਹਨ, 2 ਦਿਨ ਦਾ ਸਮਾਂ ਆਪਾਂ ਨੂੰ ਮਿਲਿਆ ਹੈ। ਕੱਲ੍ਹ ਸ਼ਾਮ ਦੀ ਕਥਾ ਦੇ ਵਿੱਚ ਸਾਰਾ ਇਤਿਹਾਸ ਸਰਵਣ ਕਰਵਾਇਆ ਹੈ ਕਿ ਜੰਮੂ ਤੋਂ ਲੈ ਕੇ ਨੰਦੇੜ ਤੱਕ, ਨੰਦੇੜ ਸਾਹਿਬ ਤੱਕ ਪਹੁੰਚਣ ਦਾ, 10ਵੇਂ ਪਾਤਸ਼ਾਹ ਨੂੰ ਮਿਲਣ ਦਾ ਇਤਿਹਾਸ ਉਹਨਾਂ ਨੇ ਸਰਵਣ ਕਰਾਇਆ ਹੈ। ਔਰ ਅੱਜ ਆਪਾਂ ਸਮੇਂ ਦਾ ਲਾਹਾ ਲਈਏ ਅਤੇ ਉਹਨਾਂ ਨੂੰ ਬੇਨਤੀ ਕਰੀਏ ਕਿ ਸਟੇਜ 'ਤੇ ਆ ਕੇ ਸੰਗਤ ਦੇ ਸਨਮੁਖ ਹੋ ਕੇ ਜੋ ਬਾਕੀ ਦਾ ਰਹਿੰਦਾ ਇਤਿਹਾਸ ਹੈ ਸੰਗਤ ਦੇ ਨਾਲ ਸਰਵਣ ਕਰਾਉਣਗੇ। ਬੜਾ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਉਹ ਪਿਆਰ ਜੋ ਆਪਣੇ ਵਚਨ ਸਾਂਝੇ ਕਰਦੇ ਹਨ। ਕਦੇ ਆਪਾਂ ਇਹਨਾਂ ਨੂੰ ਬੰਗਲਾ ਸਾਹਿਬ ਅਤੇ ਕਦੇ ਮੰਜੀ ਸਾਹਿਬ, ਕਦੇ ਆਸਟ੍ਰੇਲੀਆ, ਦੁਨੀਆ ਦੀ ਹਰੇਕ ਸਟੇਜ 'ਤੇ ਮਹਾਰਾਜ ਜੀ ਇਹਨਾਂ ਨੂੰ ਜਾਣ ਦਾ ਸਮਾਂ ਦਿੰਦੇ ਹਨ। ਇਹ ਸਮਾਂ ਅੱਜ ਆਪਾਂ ਨੂੰ ਬਿਲਕੁਲ ਕੋਲ ਸਨਮੁਖ ਬੈਠ ਕੇ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਆਪਾਂ ਉਸ ਸਮੇਂ ਦਾ ਲਾਹਾ ਲਈਏ। ਤਕਰੀਬਨ ਕੋਈ 50 ਮਿੰਟ ਦਾ ਸਮਾਂ ਉਸ ਤੋਂ ਬਾਅਦ, ਕਿਉਂਕਿ ਆਪਾਂ ਜੋ ਹੈ ਪ੍ਰੋਗਰਾਮ ਜੋ ਅਗਲਾ ਹੈ ਉਹ ਵੀ ਡਾਕੂਮੈਂਟਰੀ ਜੋ ਦੇਖਣੀ ਹੈ, ਸੋ ਉਹ ਸਾਰੀਆਂ ਆਪ ਜੀ ਦੇ ਨਾਲ ਸਾਂਝਾਂ ਬਾਅਦ 'ਚ ਪਾਵਾਂਗੇ। ਬੜਾ ਬਹੁਤ ਵਧੀਆ ਸਟੇਜ ਬਣ ਗਈ ਹੈ। ਨਾਮ ਜੋ ਅੱਜ ਆਪ ਜੀ ਨੇ ਜਪ ਕੇ ਇਸ ਮਹਾਨ ਸ਼ਹੀਦ ਨੂੰ ਇਹ ਸਮਰਪਿਤ ਕੀਤਾ ਹੈ ਸਮਾਂ, ਆਪਣੇ ਜੀਵਨ ਦੇ ਕੁਛ ਚੰਦ ਮਹਾਰਾਜ ਜੀ ਨੇ ਆਪ ਜੀ ਤੋਂ ਇਹ ਸੇਵਾ ਲੈਣ ਦਾ ਇੱਕ ਸਮਾਂ ਬਣਾਇਆ ਹੈ। ਇਹ ਬਹੁਤ ਆਪ ਸਾਰਿਆਂ ਦਾ ਧੰਨਵਾਦ ਹੈ। ਆਪ ਜੀ ਨੇ ਬੜੀ ਹੀ ਸ਼ਾਂਤੀ ਦੇ ਨਾਲ ਜਿਸ ਤਰ੍ਹਾਂ ਨਾਮ ਸਿਮਰਨ ਕੀਤਾ ਹੈ, ਇਸੇ ਤਰ੍ਹਾਂ ਆਪੋ ਆਪਣੇ ਸੈੱਲ ਫੋਨ ਬੰਦ ਕਰਕੇ ਅਤੇ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਬੱਚੇ ਸਾਹਮਣੇ ਲੌਬੀ ਦੇ ਵਿੱਚ, ਤਾਂ ਕਿ ਬਾਕੀ ਦੀ ਸੰਗਤ ਜੋ ਹੈ ਭਰਪੂਰ ਆਨੰਦ ਲੈ ਸਕੇ ਇਸ ਸਮੇਂ ਦਾ। ਆਓ ਜੁੜੀਏ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਦਿਨ ਮਨਾਉਂਦੇ ਹੋਏ ਭਾਈ ਸਾਹਿਬ ਜੀ ਪਾਸੋਂ ਆਪਾਂ ਇਹ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਐਸ਼ਵਰਸ਼। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹੇ ਤੋ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ, ਸਿੱਖ ਜਗਤ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਵੈਲਸਬ ਰੈਂਟੇ ਵਿਖੇ ਚੱਲ ਰਹੇ ਨੇ। ਆਓ ਸ਼ਹੀਦਾਂ ਦੀ ਗਾਥਾ ਗਾ ਕੇ
ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗੁਰਬਾਣੀ ਦਾ ਫੁਰਮਾਨ ਹੈ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਦੀਨ ਫਾਰਸੀ ਦਾ ਲਫ਼ਜ਼ ਹੈ। ਮਜ਼ਹਬ ਨੂੰ, ਧਰਮ ਨੂੰ ਕਿਹਾ ਜਾਂਦਾ ਹੈ। ਗਰੀਬ ਲਈ ਵੀ ਵਰਤਿਆ ਜਾਂਦਾ ਹੈ। ਗਰੀਬ ਲਈ, ਦੀਨ ਲਈ, ਧਰਮ ਲਈ ਆਪਾ ਵਾਰਨ ਵਾਲਾ ਸ਼ਹੀਦ ਅਖਵਾਉਂਦਾ ਹੈ। ਔਰ ਸ਼ਹੀਦਾਂ ਦੀ ਮਹਿਮਾ ਦੁਨੀਆ ਤੇ ਸਦਾ ਰਹਿੰਦੀ ਹੈ। ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਿਸ ਨਾਵ ਚੜ੍ਹੈ ਭਵ ਸਾਗਰ ਤਾਰੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਵਡਿਆਈ ਦੇ ਬੇੜੇ ਤੇ ਚੜ੍ਹਨਾ ਹੈ, ਭਾਵ ਸਦਾ ਚਾਹੁੰਦਾ ਹੈ ਦੁਨੀਆ ਤੇ ਤੇਰਾ ਨਾਮ ਰਵੇ। ਤੇ ਕਹਿੰਦੇ ਫਿਰ ਦੀਨ ਲਈ ਯੁੱਧ ਲੜ। ਜਿਹੜੇ ਧਰਮ ਲਈ ਯੁੱਧ ਲੜਦੇ ਨੇ, ਫਿਰ ਉਹ ਧਨਤਾ ਦੇ ਜੋਗ ਅਖਵਾਉਂਦੇ ਨੇ। ਵਡਿਆਈ ਦੀ ਨਾਵ ਤੇ ਬੇੜੇ ਤੇ ਚੜ੍ਹ ਜਾਂਦੇ ਨੇ। ਕੱਲ੍ਹ ਆਪ ਸੰਗਤ ਨੇ ਸਰਵਣ ਕੀਤਾ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਮਾਧੋ ਦਾਸ ਵੈਰਾਗੀ ਦੇ ਮੱਠ ਵਿੱਚ ਪਲੰਗੇ ਤੇ ਸੱਜੇ ਹੋਏ ਨੇ। ਅਜ਼ਮਤਾਂ ਦੇ ਸਹਿਤ ਸੀ ਮਾਧੋ ਦਾਸ। ਕਰਾਮਾਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਲੰਗਾ ਉਲਟਾਉਣ ਦੇ ਲਈ ਅਜ਼ਮਤ ਵਿਖਾਉਂਦਾ ਹੈ। ਅੱਜ ਤੱਕ ਬੜੇ ਸਾਧੂਆਂ ਦੀ ਨਿਰਾਦਰੀ ਕਰ ਚੁੱਕਿਆ ਸੀ। ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ, ਜਿਸ ਨਾਮ ਦੇਹ। ਬਾਣੀ ਮੰਨਦੀ ਹੈ ਕਰਾਮਾਤਾਂ ਨੇ ਦੁਨੀਆ ਤੇ, ਔਰ ਇਹਨੇ ਵਿਖਾਈਆਂ। ਗੁਰਾਂ ਨੇ ਇਹਦੀ ਕਰਾਮਾਤ ਖਿੱਚ ਲਈ, ਅਜ਼ਮਤ ਖਿੱਚ ਲਈ, ਖਾਲੀ ਭਾਂਡਾ ਰਹਿ ਗਿਆ। ਬਾਣੀ ਦਾ ਫੁਰਮਾਨ ਹੈ, ਗੁਰ ਪਰਮੇਸ਼ਰ ਕਰਣੈ ਹਾਰ। ਗੁਰੂ ਪਰਮੇਸ਼ਵਰ ਦਾ ਸਰੂਪ ਹੈ, ਕਰਤਾ ਹੈ, ਹਰਤਾ ਹੈ। ਉਹ ਜੇ ਕਰਾਮਾਤਾਂ ਦੇ ਸਕਦਾ ਹੈ ਸੇਵਕਾਂ ਨੂੰ, ਤੇ ਖਿੱਚ ਵੀ ਲੈਂਦਾ ਹੈ। ਸੇਵਕ ਦੀ ਅਜ਼ਮਤ ਜਿੰਨੀ ਚਾਹੇ ਹੋਵੇ, ਨਦੀ ਦੀ ਔਕਾਤ ਸਾਗਰ ਅੱਗੇ ਕੁਝ ਨਹੀਂ ਹੁੰਦੀ। ਗੁਰੂ ਸਮੁੰਦ, ਨਦੀ ਸਭ ਸਿੱਖੀ। ਜਦੋਂ ਥੋਥਾ ਭਾਂਡਾ ਰਹਿ ਗਿਆ ਨਾ, ਪੱਲੇ ਕੁਝ ਨਾ ਰਿਹਾ, ਤੇ ਚਰਨਾਂ ਵਿੱਚ ਡਿੱਗ ਪਿਆ। ਸਵਾਲ ਕਰਦਾ ਹੈ, ਤੁਸੀਂ ਕੌਣ ਹੋ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਤੂੰ ਮੈਨੂੰ ਜਾਣਦਾ ਹੈ? ਕਹਿੰਦਾ, ਜੀ ਮੈਂ ਨਹੀਂ ਜਾਣਦਾ। ਕਹਿੰਦੇ, ਜਿਹਦੀ ਯਾਦ ਵਿੱਚ ਰੋਜ਼ ਚੌਂਕੜਾ ਲਾਉਣਾ ਹੈ। ਕਿਸੇ ਦੇ ਵੀ ਉਪਾਸ਼ਕ ਹੋਈਏ, ਰੱਬ ਨੂੰ ਹੀ ਯਾਦ ਕਰੀਦਾ ਹੈ। ਤੇ ਰੱਬ ਇੱਥੇ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਹੈ। ਆਪਣੇ ਬੋਲ ਨੇ ਪਾਤਸ਼ਾਹ ਦੇ, ਦੁਐਤੇ ਏਕ ਰੂਪ ਹਵੈ ਗਇਓ, ਮੈਂ ਤੇ ਖੁਦਾਇਆ ਇੱਕ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਇਹੀ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਣ। ਮਹਾਰਾਜ ਕਹਿੰਦੇ, ਵਿਚਾਰ ਕਰ, ਤੈਨੂੰ ਸਮਝ ਪਵੇਗੀ ਮੇਰੀ ਹਸਤੀ ਦੀ। ਹੁਣ ਧਿਆਨ ਨਾਲ ਵੇਖਦਾ ਹੈ ਵੀ ਇਸ ਗੁਲਾਮਾਂ ਦੇ ਦੇਸ਼ ਵਿੱਚ ਧਨੁੱਖ ਕੌਣ ਧਾਰ ਸਕਦਾ ਹੈ। ਮੋਢੇ ਤੇ ਤੀਰਾਂ ਨਾਲ ਭਰਿਆ ਪੱਥਾ, ਨੂਰਾਨੀ ਚਿਹਰਾ, ਬਾਦਸ਼ਾਹ ਹਿੰਦ ਤੋਂ ਲਹਿਦਾ, ਹੋਰ ਕਿਹਦੀ ਹਿੰਮਤ ਹੈ ਕਲਗੀ ਲਾਵੇ। ਸਮਝ ਪੈ ਗਈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਨਾਮ ਲੈਂਦਾ ਹੈ ਮਹਾਰਾਜ ਦਾ। ਕਹਿੰਦਾ, ਜੀ ਤੁਸੀਂ ਇੱਥੇ ਕਿਸ ਲਈ ਆਏ ਹੋ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ, ਤੈਨੂੰ ਆਪਣਾ ਸਿੰਘ ਸਜਾਉਣ ਆਏ ਹਾਂ। ਮਹਾਰਾਜ ਨੇ ਫਿਰ ਸਵਾਲ ਕੀਤਾ ਵੀ ਤੂੰ ਕੌਣ ਹੈ? ਇਹ ਅੰਦਰ ਦੀ ਖੇਡ ਹੈ। ਬਾਹਰ ਮੁਖੀ ਨਾਮ ਜਾਣਦੇ ਨੇ, ਮਾਧੋ ਦਾਸ ਹੈ। ਕਹਿੰਦਾ, ਜੀ ਮਾਧੋ ਦਾਸ ਔਗਣਨਾਥ ਦਾ ਚੇਲਾ। ਕਹਿੰਦੇ, ਨਹੀਂ, ਉਹ ਪਹਿਲਾਂ ਸੀ, ਹੁਣ ਕੌਣ ਹੈ? ਹਾਰਿਆ ਬੰਦਾ ਗਲੂਏ ਚੋਂ ਲਫ਼ਜ਼ ਵੀ ਹਾਰੇ ਹੀ ਕੱਢੇਗਾ। ਕਹਿੰਦਾ, ਜੀ ਪਹਿਲਾਂ ਤੇ ਸੀ ਔਗਣਨਾਥ ਦਾ ਚੇਲਾ ਮਾਧੋ ਦਾਸ, ਅੱਜ ਤੋਂ ਤੁਹਾਡਾ ਬੰਦਾ।
ਪਰਸ਼ੀਅਨ ਦਾ ਲਫ਼ਜ਼ ਹੈ ਬੰਦਾ, ਗੁਲਾਮ ਨੂੰ ਕਹਿੰਦੇ ਨੇ। ਹੁਣ ਜਿਹੜੇ ਕਹਿ ਦਿੰਦੇ ਕਰਾਮਾਤ ਹੈ ਨਹੀਂ, ਗਿਆਨ ਹੀ ਗਿਆਨ ਹੈ, ਜਿਹੜੇ ਤਖਤ ਦੇ ਜਾਤ ਦੇ ਨਸ਼ੇ ਵਿੱਚ ਬੰਦੇ ਚੂਰ ਹੁੰਦੇ ਨੇ ਨਾ, ਰਿੱਧੀਆਂ ਸਿੱਧੀਆਂ ਦੇ ਨਸ਼ੇ 'ਚ ਚੂਰ, ਉਹ ਗਿਆਨ ਦੀ ਭਾਸ਼ਾ ਨਹੀਂ ਸਮਝਦੇ। ਅੱਜ ਕੱਲ੍ਹ ਜਿੱਦਾਂ ਪ੍ਰਚਾਰਕ ਪ੍ਰਚਾਰ ਕਰਦੇ ਕਰਾਮਾਤ ਹੈ ਨਹੀਂ, ਮੰਨ ਲਓ ਗੁਰੂ ਗੋਬਿੰਦ ਸਿੰਘ ਕਰਾਮਾਤ ਨਾ ਵਿਖਾਉਂਦੇ, ਉਹ ਮੰਜਾ ਮੂਧਾ ਹੋ ਜਾਣਾ ਸੀ ਨਾ ਗੁਰੂ ਦਾ, ਤੇ ਜਿਹੜਾ ਮੰਜਾ ਮੂਧਾ ਕਰਵਾ ਬੈਠਾ ਹੈ ਉਹਦੇ ਅੱਗੇ ਹੱਥ ਜੋੜ ਕੇ ਕੋਈ ਬੰਦਾ ਨਹੀਂ ਆਖੇਗਾ ਮੈਂ ਤੇਰਾ ਗੁਲਾਮ ਆ। ਤੇ ਜੇ ਕਲਗੀਧਰ ਪਲੰਗੇ ਤੇ ਬਹਿੰਦੇ ਹੀ ਆਂਦੇ ਆ ਮਾਧੋ ਦਾਸਾ ਤੈਨੂੰ ਜਪਜੀ ਸਾਹਿਬ ਸੁਣਾਵਾਂ, ਤੈਨੂੰ ਜਾਪ ਸਾਹਿਬ ਸੁਣਾਵਾਂ, ਤਾਂ ਉਹਨੇ ਕਹਿਣਾ ਸੀ ਬਾਬਾ ਮੈਂ ਤੇਰੇ ਗਿਆਨ ਤੋਂ ਕੁਝ ਨਹੀਂ ਲੈਣਾ, ਰਿੱਧੀਆਂ ਸਿੱਧੀਆਂ ਦਾ ਮਾਲਕ ਆ। ਪਹਿਲਾਂ ਮਦਮਸਤ ਬੰਦੇ ਨੂੰ ਉਹਦੀ ਔਕਾਤ ਵਿਖਾਉਣੀ ਪੈਂਦੀ ਹੈ ਵੀ ਤੇਰੀ ਹਸਤੀ ਨਾਲੋਂ ਵੱਡੀ ਹਸਤੀ ਆਈ ਹੈ ਤੇਰੇ ਡੇਰੇ। ਇੱਦਾਂ ਹੀ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਅੱਗੇ ਕਰਾਮਾਤ ਕਰਨੀ ਪਈ। ਕੋਈ ਨਹੀਂ ਗਿਆ ਨੂੰ ਪੁੱਛਦਾ, ਵਿਗੜੇ ਬੰਦੇ ਨੂੰ ਲੱਖ ਜਪਜੀ ਸਾਹਿਬ ਸੁਣਾਈ ਜਾਓ, ਉਹਨੇ ਕੀ ਲੈਣਾ ਜਪਜੀ ਸਾਹਿਬ ਤੋਂ? ਪਹਿਲਾਂ ਉਹਦੀ ਸੁਰਤ ਟਿਕਾਣੇ ਕਰਨੀ ਪੈਂਦੀ ਹੈ। ਸਿੱਧਾਂ ਨੂੰ ਟਿਕਾਣੇ ਲਿਆਂਦਾ ਵੀ ਤੁਹਾਡੀ ਅਜ਼ਮਤ ਕੁਝ ਵੀ ਨਹੀਂ ਹੈ, ਬੁਲਬੁਲੇ ਵਾਲੀ ਔਕਾਤ ਹੈ, ਗੁਰੂ ਸਾਗਰ ਹੈ। ਇੱਦਾਂ ਹੀ ਪਹਿਲਾਂ ਮਾਧੋ ਦਾਸ ਦਾ ਹੰਕਾਰ ਤੋੜਿਆ ਹੈ ਵੀ ਇਹ ਆਮ ਕੋਈ ਸਾਧ ਨਹੀਂ ਹੈ ਜਿਹਦੀ ਮੰਜੀ ਮੁੱਧੀ ਕਰ ਦੇਵੇਂਗਾ ਤੂੰ, ਇਹ ਖੁਦ ਖੁਦਾ ਪ੍ਰਗਟ ਹੋਇਆ ਹੈ। ਜਦੋਂ ਸਮਝ ਪੈ ਗਈ ਵੀ ਮੇਰੀ ਹਸਤੀ ਖਤਮ ਹੈ ਇਹਦੇ ਅੱਗੇ, ਫਿਰ ਗਲੂਏ ਚੋਂ ਨਿਕਲਿਆ ਸੀ ਮੈਂ ਤੇਰਾ ਗੁਲਾਮ ਆ। ਫਿਰ ਗਿਆਨ ਦੀ ਗੱਲ ਸਮਝ ਪਵੇਗੀ। ਹੁਣ ਗਿਆਨ ਬਖਸ਼, ਹੁਣ ਹੁਕਮ ਕਰ, ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ ਸੱਚਾ ਸਾਹਿਬ ਬਣਾ ਲਿਆ ਕਲਗੀਧਰ ਨੂੰ। ਮਹਾਰਾਜ ਕਹਿੰਦੇ ਮਾਧੋ ਦਾਸ, ਮੁਗਲਿਆ ਸਲਤਨਤ ਭਾਰਤ ਵਰਸ਼ ਦੇ ਲੋਕਾਂ ਉੱਤੇ ਜ਼ੁਲਮ ਕਰ ਰਹੀ ਹੈ। ਅਸੀਂ ਜੰਜੂ ਨੂੰ ਰੱਖਿਆ, ਇਨਸਾਨੀਅਤ ਨੂੰ ਰੱਖਿਆ, ਉਲਟਾ ਬਾਈ ਧਾਰ ਦੇ ਰਾਜੇ ਵੀ ਅਕ੍ਰਿਤ ਕਣ ਬਣ ਕੇ ਮੁਗਲਾਂ ਦੇ ਅਧੀਨ ਹੋ ਕੇ ਸਾਡੇ ਤੇ ਹੱਲੇ ਕਰਦੇ ਰਹੇ। ਮੈਂ ਸਰਬੰਸ ਵਾਰਿਆ, ਮੇਰਾ ਖਾਲਸਾ ਨਿਮਾਣਿਆਂ ਲਤਾਣਿਆਂ ਨਿਓਟਿਆਂ ਦੀ ਓਟ ਬਣ ਕੇ ਮੁਗਲੀਆ ਸਲਤਨਤ ਨਾਲ ਟਕਰਾਇਆ ਹੈ। ਤੈਨੂੰ ਉਸ ਅਕਾਲੀ ਪੰਥ ਵਿੱਚ ਮੈਂ ਸ਼ਾਮਲ ਕਰਨ ਆਇਆ, ਸਿੰਘ ਸਜਾਉਣ ਆਇਆ, ਸੰਤ ਤੋਂ ਸਿਪਾਹੀ ਬਣਾਉਣ ਆਇਆ, ਤੂੰ ਤਿਆਰ ਹੈ? ਕਹਿੰਦਾ ਜੀ ਜੇ ਇੰਨੀ ਤਾਕਤ ਦਾ ਮਾਲਕ ਹੁੰਦਾ ਤੇ ਮੱਠ ਵਿੱਚ ਲੁਕ ਕੇ ਦਿਨ ਨਾ ਕੱਟਦਾ। ਔਰੰਗਜ਼ੇਬ ਦਾ, ਬਹਾਦਰ ਸ਼ਾਹ ਦਾ ਸਭ ਨੂੰ ਡਰ ਸੀ। ਜਿਹੜੇ ਕਹਿ ਦਿੰਦੇ ਨਾ ਸਾਡੇ ਵੈਰਾਗੀ ਨੇ ਮੁਗਲੀਆ ਤਖਤ ਪੁੱਟ ਕੇ ਸੁੱਟ ਦਿੱਤੇ, ਜਿੰਨੇ ਦਿਨ ਵੈਰਾਗੀ ਰਿਹਾ ਡੇਰੇ ਚੋਂ ਨਹੀਂ ਨਿਕਲਿਆ ਡਰਦਾ ਉਹ। ਕਹਿੰਦਾ ਜੀ ਮੈਂ ਲੜਨ ਜੋਗਾ ਨਹੀਂ, ਤੇ ਪਾਤਸ਼ਾਹ ਦੇ ਗਲੂਏ ਦੇ ਬੋਲ ਸਨ, ਤੈਨੂੰ ਲੜਨ ਵਾਲਾ ਬਣਾ ਦੇਵਾਂਗਾ ਮੈਂ। 5 ਬਾਣੀਆਂ ਪੜ੍ਹੀਆਂ, ਜਪਜਾਪ ਸਵਈਏ ਚੌਪੀ ਨੰਦ, ਖੰਡੇ ਦੀ ਪੌਲ ਤਿਆਰ ਕੀਤੀ ਗਈ। ਮਾਧੋ ਦਾਸ ਨੂੰ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਗਿਆ। ਜਿਹੜੇ ਕਹਿੰਦੇ ਨਾ 5 ਬਾਣੀਆਂ ਨਹੀਂ ਪੜ੍ਹੀਆਂ, 13 ਅੰਗ ਪੜ੍ਹੇ ਆਦ ਬਾਣੀ ਦੇ, 2 ਬਾਣੀਆਂ ਪੜ੍ਹੀਆਂ ਆਖੇ। ਕੋਈ ਕਹਿੰਦਾ ਜੀ ਜਪਜੀ ਸਾਹਿਬ ਤੇ ਆਨੰਦ ਸਾਹਿਬ। ਇਤਿਹਾਸਿਕ ਗਵਾਹੀ ਦਿਓ ਜੇ ਹੈ ਕੋਈ। ਤੇ ਰੰਗਰੇਟੇ ਗੁਰੂ ਕੇ ਬੇਟੇ ਨੂੰ ਜਾਣਦੇ ਹੋ ਭਾਈ ਜੈਤੇ ਨੂੰ, ਪੁੱਛੋ ਜੀਵਨ ਸਿੰਘ ਕਿਵੇਂ ਬਣਿਆ ਹੈ। ਅੰਮ੍ਰਿਤ ਬਿਦ ਲਿਖੀ ਹੋਈ ਹੈ, ਜਪ ਜਾਪ ਸਵਈਏ ਚੌਪੀ ਆਨੰਦ ਕੋ ਪਾਠ ਸੋ ਪਾਹੁਲ ਤਿਆਰ ਕਰੀ ਜਾਏ। ਉਹ ਕਹਿੰਦੇ ਜਪ ਜਾਪ ਸਵਈਏ ਚੌਪੀ ਆਨੰਦ ਪੜ੍ਹ ਕੇ ਪਾਹੁਲ ਤਿਆਰ ਕੀਤਾ। ਜੇ ਸਾਰੀ ਬਿਦ ਪੜ੍ਹਨੀ ਹੋਵੇ ਤੇ ਕਾਫੀ ਲੰਬੀ ਰਚਨਾ ਹੈ। ਇਹ ਚੌਥੇ 5ਵੇਂ ਪਦੇ ਦੀ ਪੰਕਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਂ। ਖੈਰ ਉਹ ਭਾਈ ਨੰਦ ਲਾਲ ਨੇ ਵੀ ਗਵਾਹੀ ਭਰੀ ਹੈ ਕਿ ਸ਼ੇਰਾਨੇ ਅਫਵਾਜ਼ੇ ਮਨਸੂਰੇਸ਼ ਯਾਕਾ ਤਾਜ਼। ਹੁਣ ਫਾਰਸੀ ਪੜ੍ਹਨੀ ਆਉਂਦੀ ਹੋਵੇ ਤੇ ਕਮਲਾ ਬੰਦਾ ਕੋਈ ਪੜ੍ਹ ਕੇ ਆਪੇ ਤਰਕ ਕਰਨੋਂ ਹਟ ਜਾਵੇ ਵੀ ਅੰਮ੍ਰਿਤ ਛਕਾਇਆ ਗਿਆ। ਆਉਂਦਾ ਜਾਂਦਾ ਤੇ ਕੁਝ ਵੀ ਨਹੀਂ ਹੁੰਦਾ ਇਹਨਾਂ ਨੂੰ। ਤੁਹਾਡੀਆਂ ਮੇਰੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਗਿਆਨੀ ਬਣੇ ਹੁੰਦੇ, ਗ੍ਰੰਥ ਪੜ੍ਹ ਕੇ ਗਿਆਨੀ ਬਣਿਆ ਜਾਂਦਾ ਹੈ। ਕਿਤਾਬਾਂ ਤੇ ਧਾਰਾ ਗਿਆਨ ਹੈ, ਕਿਸੇ ਨੇ ਇੱਥੋਂ ਚੋਰੀ ਕੀਤਾ, ਕਿਸੇ ਨੇ ਉੱਥੋਂ ਚੋਰੀ ਕੀਤਾ। ਗ੍ਰੰਥ ਅਸੀਂ ਪੜ੍ਹ ਨਹੀਂ ਪਾਉਂਦੇ ਕਿਉਂਕਿ ਉਹ ਭਾਸ਼ਾਵਾਂ ਦਾ ਗਿਆਨ ਨਹੀਂ। ਕਿਤਾਬਾਂ ਪੜ੍ਹੇ ਵਿਦਵਾਨ ਨਹੀਂ ਹੁੰਦੇ। 2 ਮਿੰਟ ਨਹੀਂ ਸਭਾ 'ਚ ਬਹਿ ਸਕਦੇ। ਲੈ ਉਹ
ਜੇ ਕਿਸੇ ਨੂੰ ਝਾਕ ਹੈ ਨਾ ਵੀ ਅੰਮ੍ਰਿਤ ਨਹੀਂ ਛਕਾਇਆ ਗਿਆ, ਦਸਮ ਬਾਣੀ ਤੇ ਕਿੰਤੂ ਪਰੰਤੂ, ਨਹੀਂ ਟਿਕਦੇ ਲੋਕ। ਉੱਥੇ ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਹਿੰਦੀ, ਬ੍ਰਿਜ ਭਾਸ਼ਾ, ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਕਮਲਿਆਂ ਨੂੰ। ਭਾਈ ਨੰਦ ਲਾਲ ਕਹਿੰਦੇ ਕਲਗੀਧਰ ਤੇਰੇ ਅੰਮ੍ਰਿਤ ਨੇ ਗੁਲਾਮ ਮਨਸੂਰ ਬਣਾ ਦਿੱਤੇ, ਸ਼ੇਰ ਬਣਾ ਦਿੱਤੇ, ਜੰਗ ਜਿੱਤਣ ਵਾਲੇ ਬਣਾ ਦਿੱਤੇ। ਇਹਨੂੰ ਕਹਿੰਦੇ ਨੇ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਗੁਰੂ ਦੇ ਹੁਕਮ ਵਿੱਚ ਅੰਮ੍ਰਿਤ ਛਕਿਆ ਮਾਧੋ ਦਾਸ ਨੇ, ਗੁਰਬਖਸ਼ ਸਿੰਘ ਬਣ ਗਿਆ, ਬੰਦਾ ਸਿੰਘ ਬਣ ਗਿਆ, ਇਹ ਨਾਮ ਪ੍ਰਚਲਿਤ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਤਿਹਾਸ ਦੇ ਨਾਲ ਵਾਕਫੀਅਤ ਕਰਾਈ ਹੈ ਸਾਰੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਤਾਈਂ, ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਬਤ, ਫਿਰ ਮਹਾਰਾਜ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਿਆ ਹੈ। ਦੇਖੋ, ਅਸੀਂ ਮੂੰਹੋਂ ਆਖੀਏ ਸਾਡਾ ਗੁਰੂ ਸਭ ਤੋਂ ਵੱਡਾ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਆਪਦੇ ਭਾਂਡੇ ਨੂੰ ਸਾਰੇ ਹੀ ਸਲਾਉਂਦੇ ਨੇ। ਇਸਲਾਮ ਮੁਹੰਮਦ ਜੀ ਨੂੰ ਵੱਡਿਆਂ ਕਹਿੰਦੀ ਹੈ, ਈਸਾ ਦੇ ਪੁਜਾਰੀ ਜੀਸਸ ਨੂੰ ਵੱਡਾ ਕਹਿੰਦੇ ਨੇ, ਹਿੰਦੂ ਵੀਰ ਸਾਡੇ ਸ਼੍ਰੀ ਰਾਮ ਚੰਦਰ ਨੂੰ, ਕ੍ਰਿਸ਼ਨ ਜੀ ਮਹਾਰਾਜ ਨੂੰ ਵੱਡਾ ਕਹਿੰਦੇ ਨੇ। ਸਾਰੇ ਹੀ ਵੱਡੇ ਨੇ ਸਾਡੇ ਤੋਂ, ਰਹਿਬਰ ਜੂ ਹੋਏ ਨੇ ਧਰਮਾਂ ਦੇ। ਪਰ ਜਦੋਂ ਗੈਰ ਬੰਦਾ ਸਲੌਤਾ ਕਰਦਾ ਹੈ ਨਾ ਤੁਹਾਡੇ ਭਾਂਡੇ ਦੀ, ਫਿਰ ਪਤਾ ਲੱਗਦਾ ਹੈ ਹਸਤੀ ਕੀ ਹੈ। 5 ਵਕਤ ਦਾ ਨਮਾਜ਼ੀ ਮੁਸਲਮਾਨ, ਫਾਰਸੀ ਦੇ ਬੋਲ ਲਿਖਦਾ ਹੈ ਅੱਲਾ ਯਾਰ ਖਾਂ ਗੰਜੇ ਸ਼ਹੀਦਾਂ ਵਿੱਚ। ਉਹ ਕਹਿੰਦਾ ਹੈ ਲਛਮਨ ਸਾ ਬਿਰਾਦਰ ਪਏ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਬਰਤਾ शोभन राम को घर था, बाकी है घनैया तो इनका न पिसर था, सच है गुरु गोविंद का रुतबा ही दिगर था, कटवा दिए शिष शाम ने गीता को सुनाकर, रूह फूंक दी गोविंद ने औलाद कटाकर। ਕਹਿੰਦਾ ਠੀਕ ਹੈ, ਵੱਡੇ ਨੇ ਕ੍ਰਿਸ਼ਨ ਜੀ, ਰਾਮਚੰਦਰ ਜੀ, ਫੌਜਾਂ ਲੜਾਉਣੀਆਂ ਬੜੀਆਂ ਸੌਖੀਆਂ ਨੇ। ਡਿੱਗਿਆ ਹੋਇਆ ਧਨੁਖ ਅਰਜਨ ਦਾ ਗੀਤਾ ਸੁਣਾ ਕੇ ਪਕੜਾ ਦੇਣਾ, ਜੰਗ ਜਿਤਾ ਦੇਣੀ ਸੁਖਾਲੀ ਹੈ। ਪਰ ਕੋਈ ਰਹਿਬਰ ਇੱਦਾਂ ਦਾ ਨਹੀਂ ਹੋਇਆ ਜੰਗ ਦੇ ਵਿੱਚ ਆਪਣੇ ਫਰਜ਼ੰਦ ਅੱਖਾਂ ਸਾਵੇਂ ਕਟਵਾ ਸਕਿਆ ਹੋਵੇ, ਤੇ ਅੱਖਾਂ ਸਾਵੇਂ ਕਟਵਾ ਕੇ ਹੰਝੂ ਨਾ ਸੁੱਟੇ। ਸੀਤਾ ਮਾਤਾ ਜੀ ਵਿਛੜ ਗਏ, ਮਨ ਮੈਂ ਝੂਰੈ ਰਾਮਚੰਦ ਸੀਤਾ ਲਛਮਣ ਜੋਗ, ਵੈਰਾਗ ਆਇਆ। ਯਾਦਵ ਕੁਲ ਦਾ ਅੰਤ ਹੋਇਆ, ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਵੈਰਾਗ ਆਇਆ। ਅੱਲਾ ਯਾਰ ਖਾਂ ਕਹਿੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਗੁਰੂ ਗੋਬਿੰਦ ਸਿੰਘ ਬਣਿਆ, ਇਹਨੂੰ ਤਾਂ ਖੁਦਾ ਦੇ ਤੁਲ ਕਿਹਾ ਜਾਂਦਾ। ਇਹ ਖਲੋਤਾ ਅਟਾਰੀ ਤੇ ਬੱਚੇ ਇਹਦੇ ਕੱਟੇ ਗਏ ਨੇ, ਗਲੂਏ ਦੇ ਬੋਲ ਸਨ ਸ਼ਾਬਾਸ਼ ਪਿਸਰ, खूब दालेरी से लड़े हो, हाँ क्यों ना हो गोबिंद के फरजंद बड़े हो। जकारे छड़दा और कहंदा शाबाश पुत्रो, बड़ी दलेरी ना लड़े हो। लड़दे भी क्यों ना, खुद खुदा गुरु गोबिंद सिंह दा लहू तुहाडियां रगां च है। कहंदा किहड़ा रहबर होया जिहड़ा जकारे छड्डे बच्चियां नूं कटवा के। एक ही होया है रूहे ज़मीन ते, ना कोई गुरु पीर उहदे वर्गा होया ना हो सकता है, वो गुरु गोबिंद सिंह है। ताई ते कलगीधर फारसी विच कहंदे ने, हमू गुरु गोबिंद सिंह हमू नानक अस्त, हवा शब्द जहरू मानक अस्त। मैं ही खुदा हाँ, मैं ही नानक बनया, तेग बहादुर बनना पै गया मैनू। मैं गुरु गोबिंद बनया ते मैं ही शब्द अवतार हाँ, मैं ही सारियां विच जोत स्वरूप हाँ। यह है गुरु गोबिंद सिंह दी हस्ती। मैं नहीं कहता अपना ਧਰਮ ਦਾ ਇਤਿਹਾਸ ਪੜ੍ਹ ਕੇ ਵਡਿਆਈ ਕਰੋ, ਗੈਰਾਂ ਨੂੰ ਪੜ੍ਹੋ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ। ਮੁਹੰਮਦ ਲਤੀਫ ਨੂੰ ਪੜ੍ਹੋ, ਅੱਲਾ ਯਾਰ ਖਾਂ ਨੂੰ ਪੜ੍ਹੋ, ਲਾਲਾ ਦੌਲਤ ਰਾਏ ਨੂੰ ਪੜ੍ਹੋ, ਹਿੰਦੂ ਨੂੰ ਪੜ੍ਹੋ, ਮੁਸਲਮਾਨ ਨੂੰ ਪੜ੍ਹੋ, ਅੰਗਰੇਜ਼ ਨੂੰ ਪੜ੍ਹੋ। ਉਹਨਾਂ ਨੂੰ ਕਹਿਣਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਦੇ ਤੁੱਲ ਕੋਈ ਨਹੀਂ ਹੋਇਆ। ਬਾਕੀ ਕਵੀ ਆਪਦੇ ਧਰਮ ਦੇ ਰਹਿਬਰਾਂ ਨੂੰ ਸਾਰੇ ਹੀ ਵਡਿਆਉਂਦੇ ਹੁੰਦੇ ਨੇ। ਖੈਰ, 4 ਪਿਸਰ ਕਿਵੇਂ ਕੱਟੇ ਗਏ ਸਾਰਾ ਇਤਿਹਾਸ ਗੁਰਾਂ ਨੇ ਮਾਧੋ ਦਾਸ ਨੂੰ, ਬੰਦਾ ਸਿੰਘ ਬਹਾਦਰ ਨੂੰ ਦੱਸਿਆ ਹੈ। ਡੌਲੇ ਫੜ ਕੇ ਅੱਖਾਂ ਵਿੱਚ ਲਹੂ ਉਤਰ ਆਇਆ ਬੰਦਾ ਸਿੰਘ ਬਹਾਦਰ ਦੇ। ਦੀਨ ਦੁਨੀਆ ਦੇ ਮਾਲਕ ਸਿੱਖੀ ਦੀ ਰਹਿਤ ਸਮਝਾ ਹਟੇ ਨੇ।
ਪੁਜਾਰੀ ਤੋਂ ਸੰਤ ਤੋਂ ਸਿਪਾਹੀ ਬਣਾ ਦਿੱਤਾ। ਥਾਪੜਾ ਦੇ ਕਰਕੇ ਪੁੱਛਦੇ ਨੇ, ਹੁਣ ਮੁਗਲਿਆ ਸਲਤਨਤ ਨਾਲ ਟਕਰਾ ਸਕਦਾ ਹੈ? ਕਹਿੰਦਾ ਜੀ ਬਿਲਕੁਲ। ਟਕਰਾਉਣ ਜੋਗਾ ਨਹੀਂ ਸੀ ਤੇ ਜੰਗਲੀ ਰਹਿੰਦਾ ਸੀ। ਤੁਹਾਡਾ ਥਾਪੜਾ ਮਿਲ ਗਿਆ, ਦਿੱਲੀ ਦੇ ਤਖਤ ਦੀ ਤੇ ਕੀ ਗੱਲ ਕਰਦੇ ਹੋ? ਇੰਦਰ ਦੇਵ ਦਾ ਤਖਤ ਵੀ ਮੱਲ ਸਕਦਾ ਹਾਂ। ਇਹ ਹੈ ਕਲਗੀਧਰ ਦੇ ਥਾਪੜੇ ਦੀ ਅਜ਼ਮਤ, ਜੋ ਬੈਰਾਗੀ ਕੋਲ ਨਹੀਂ ਸੀ, ਸਿੰਘ ਕੋਲ ਆ ਗਈ। ਇਹਨੂੰ ਬਾਣੀ ਕਹਿੰਦੀ ਹੈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਬਾਈ ਟਰੂ ਗੁਰੂ ਇਜ਼ ਦਾ ਪਾਵਰ ਆਫ ਪਾਵਰਲੈਸ। ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ, ਥਾਪੜਾ ਦੇ ਕੇ ਲੱਖਾਂ ਨਾਲ ਲੜਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ। ਨਿਸ਼ਾਨ ਸਾਹਿਬ ਬਖਸ਼ਿਆ, 5 ਤੀਰ ਬਖਸ਼ੇ, ਨਗਾਰਾ ਬਖਸ਼ਿਆ ਤੇ 5 ਸਿੰਘਾਂ ਦੀ ਪੰਚਾਇਤ ਬਖਸ਼ੀ ਹੈ ਵੀ ਜੇ ਕੋਈ ਮੁਸ਼ਕਲ ਆਵੇ ਤੇ ਰਾਏ ਮਸ਼ਵਰਾ ਇਹਨਾਂ ਨਾਲ ਕਰਨਾ ਹੈ। ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ। ਇਹ 5 ਸਿੰਘ ਦੇ ਦਿੱਤੇ ਪਾਤਸ਼ਾਹ ਨੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਮਹਾਰਾਜ ਇਹ ਤੇ ਠੀਕ ਹੈ, ਤੁਹਾਡੀ ਬਖਸ਼ਿਸ਼ ਹੈ, ਪਰ ਸਿੰਘ ਤੇ ਹੋਰ ਵੀ ਚਾਹੀਦੇ ਹੋਣਗੇ ਮੈਦਾਨੇ ਜੰਗ ਵਿੱਚ। ਮਹਾਰਾਜ ਕਹਿੰਦੇ ਹੁਕਮਨਾਮੇ ਲਿਖ ਦਿੰਨਾ ਤੂੰ, ਇਹ ਸਭ ਜਥਿਆਂ ਨੂੰ ਭੇਜ ਦੇਣੇ ਨੇ, ਸਭ ਤੁਹਾਡੀ ਸਹਾਇਤਾ ਕਰਨਗੇ। ਹੁਕਮਨਾਮੇ ਕੱਢੇ ਗਏ, ਸਿੱਖਾਂ ਦਾ ਜਰਨੈਲ ਥਾਪਿਆ ਗਿਆ ਹੈ, ਸਭਨਾਂ ਨੇ ਇਹਦਾ ਸਾਥ ਦੇਣਾ ਹੈ। ਦੇ ਕੇ ਥਾਪੜਾ ਵੈਰਾਗੀ ਨੂੰ ਬਣਾ ਕੇ ਸਿੰਘ ਬਾਪੂ ਨੇ ਦੱਖਣ ਤੋਂ ਪੰਜਾਬ ਵੱਲ ਨੂੰ ਤੋਰ ਦਿੱਤਾ। ਸਮਾਣਾ ਜਿੱਤਿਆ, ਸਡੌਰਾ ਜਿੱਤਿਆ, ਚੱਪੜ ਚਿੜੀ ਮਾਰਿਆ, ਸਰਹੰਦ ਨੂੰ ਫਤਿਹ ਕਰਕੇ ਬਾਬਾ ਬਾਜ ਸਿੰਘ ਨੂੰ ਗਵਰਨਰ ਥਾਪਿਆ, 36 ਲੱਖ ਸਾਲਾਨਾ ਆਮਦਨੀ ਵਾਲੇ ਸੂਬੇ ਦਾ। ਸਹਾਰਨਪੁਰ ਨੂੰ ਜਿੱਤਿਆ, ਕਰਨਾਲ ਨੂੰ ਜਿੱਤਿਆ, ਲਾਡਵਾ ਜਿੱਤ ਕੇ ਅਮੀਨਗੜ੍ਹ ਜਿੱਤ ਲਿਆ, ਲੋਹਗੜ੍ਹ ਜਿੱਤ ਲਿਆ, ਬਹਿਰਾਨਪੁਰ ਜਿੱਤ ਕੇ ਚੰਬੇ ਦੇ ਰਾਜਾ ਉਦੈ ਸਿੰਘ ਦੀ ਲੜਕੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਆਹ ਹੋਇਆ। ਸਾਲ ਬਾਅਦ ਅਜੈ ਸਿੰਘ ਫਰਜ਼ੰਦ ਪੈਦਾ ਹੋਇਆ। ਐਸਾ ਰਾਜ ਕਾਇਮ ਕਰ ਦਿੱਤਾ ਬੰਦਾ ਸਿੰਘ ਬਹਾਦਰ ਨੇ, ਜਿਹਨੂੰ ਬਾਣੀ ਕਹਿੰਦੀ ਹੈ, ਸਭ ਸੁਖਾਲੀ ਉਠੀਆ ਇਹੋ ਹੋਆ ਹਲੇਮੀ ਰਾਜ ਜੀਓ, ਜਿੱਥੇ ਕੋਈ ਧੱਕੋ ਜ਼ੋਰੀ ਨਹੀਂ, ਕੋਈ ਕਿਸੇ ਤੇ ਜ਼ੁਲਮ ਨਹੀਂ। ਹੁਣ ਭਾਗਾਂ ਵਾਲੀ ਬੀਬੀ ਸੁਸ਼ੀਲ ਕੌਰ ਹੈ, ਜਿਹਨੂੰ ਗੁਰਮੁਖ ਪਤੀ ਮਿਲਿਆ ਹੈ। ਵਿਆਹ ਹੁਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਖੈਰ 1712 ਦੇ ਵਿੱਚ ਦਿੱਲੀ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਫਰਜ਼ੰਦ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਦੀ ਮੌਤ ਹੁੰਦੀ ਹੈ। ਬਹਾਦਰ ਸ਼ਾਹ ਦੀ ਜਗ੍ਹਾ ਤੇ ਜਹਾਨਦਾਰ ਸ਼ਾਹ, ਜਿਹਨੂੰ ਮਿਰਜ਼ਾ ਮੁਇਉਦੀਨ ਬੇਗ ਮੁਹੰਮਦ ਖਾਨ ਕਹਿੰਦੇ ਨੇ, ਤਖਤ ਤੇ ਬਹਿੰਦਾ ਹੈ। ਅਯਾਸ਼ ਬੰਦਾ ਸੀ, 11 ਕੁ ਮਹੀਨੇ ਰਾਜ ਕਰ ਸਕਿਆ। ਇਹਦੇ ਤੋਂ ਬਾਅਦ ਫਰਕਸੀਅਰ ਨੇ ਤਖਤ ਮੱਲ ਲਿਆ, ਇਹਦਾ ਕਤਲ ਕਰਵਾ ਕੇ, ਮੈਦਾਨੇ ਜੰਗ ਨੂੰ ਜਿੱਤ ਕੇ। ਹੁਣ ਤਖਤ ਤੇ ਬੈਠਾ ਹੈ। 1713 ਵਿੱਚ ਜਦੋਂ ਪੂਰੀ ਅਜ਼ਮਤ ਦੇ ਸਹਿਤ ਹੋ ਗਿਆ ਫਰਕਸੀਅਰ, ਇਹਨੇ ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਚੰਗੀ ਤਰ੍ਹਾਂ ਜਾਣਿਆ ਸੀ। ਵਿਚਾਰ ਕਰਦਾ ਹੈ ਕਿਸੇ ਤਰ੍ਹਾਂ ਇਹਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ, ਸਿੱਖੀ ਦਾ ਬਾਗ ਉਜਾੜਿਆ ਜਾਵੇ, ਇਹ ਦਿੱਲੀ ਦੇ ਤਖਤ ਨੂੰ ਵੱਡਾ ਖਤਰਾ ਨੇ। ਉਧਰ ਬੰਦਾ ਸਿੰਘ ਬਹਾਦਰ ਨੇ ਗੁਰਦਾਸਪੁਰ ਦਾ ਕਿਲ੍ਹਾ ਜਿੱਤਿਆ, ਮੁਰੰਮਤ ਕਰਵਾਈ, ਦਾਰੂ ਸਿੱਕਾ ਉੱਥੇ ਇਕੱਠਾ ਕੀਤਾ ਜੰਗ ਯੁੱਧ ਦੇ ਲਈ, ਸਾਜੋ ਸਮਾਨ ਇਕੱਠਾ ਕਰ ਲਿਆ। ਉਹਨੇ ਚਿਰ ਦੇ ਵਿੱਚ ਨਾਲ ਨਾਲ ਕਲਾਨੌਰ, ਬਟਾਲਾ, ਕਾਹਨੂੰਵਾਨ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਫਰਕਸੀਅਰ ਉਂਗਲਾਂ ਤੇ ਦੰਦੀਆਂ ਵੱਢਦਾ ਹੈ ਵੀ ਇਹਨੂੰ ਕਾਬੂ ਕਰਨਾ ਪਵੇਗਾ। ਸਾਰੇ ਉਹਨੇ ਆਗੂ ਇਕੱਠੇ ਕੀਤੇ ਨੇ। ਲਾਹੌਰ ਦਾ ਗਵਰਨਰ ਅਰਦਸ ਸਮਦ ਖਾਨ, ਕਸ਼ਮੀਰ ਦਾ ਗਵਰਨਰ ਜ਼ਬਰਦਸਤ ਖਾਨ, ਫੌਜਾਂ ਇਕੱਠੀਆਂ ਕਰ ਲਈਆਂ। ਕਟੋਚੇ ਦੇ, ਜਸਰੋਤੇ ਦੇ ਆਗੂ ਇਕੱਠੇ ਕੀਤੇ। ਪੰਜਾਬ ਦਾ ਫੌਜਦਾਰ ਸੱਦਿਆ ਗਿਆ। 20,000 ਦਿੱਲੀ ਵੱਲੋਂ ਸ਼ਾਹੀ ਫੌਜਾਂ ਦਿੱਤੀਆਂ ਗਈਆਂ। ਹੁਣ ਇਹ ਜਿਹੜਾ ਅਬਦਸ ਸਮਦ ਖਾਨ ਸੀ, ਇਹਦੀ ਥਾਂ ਤੇ ਪੰਜਾਬ ਦਾ ਗਵਰਨਰ ਦਲੇਰ ਜੰਗ ਨੂੰ ਲਾਇਆ। ਇਉਂ
ਫੌਜਾਂ ਦੀ ਗਿਣਤੀ ਵੱਧਦੀ ਗਈ। ਬੰਦਾ ਸਿੰਘ ਬਹਾਦਰ ਦੇ ਖਿਲਾਫ ਜੰਗ ਛੇੜੀ ਗਈ। ਕਲਾਨੌਰ ਸ਼ਾਹੀ ਫੌਜ ਨਾਲ ਬੰਦਾ ਸਿੰਘ ਦਾ ਮੁਕਾਬਲਾ ਹੋਇਆ ਤਾਂ ਇਹ ਜੰਗ ਜਿੱਤੇ। ਪਰ ਫੌਜਾਂ ਦਾ ਬਹਾਵ ਬਹੁਤ ਵੱਧ ਰਿਹਾ ਸੀ। ਚਾਹੁੰਦਾ ਸੀ ਬੰਦਾ ਸਿੰਘ ਬਹਾਦਰ ਕਿਸੇ ਤਰ੍ਹਾਂ ਗੁਰਦਾਸਪੁਰ ਦੇ ਕਿਲੇ ਤਾਈਂ ਪਹੁੰਚਾਂ, ਪਰ ਪਹੁੰਚ ਨਹੀਂ ਸਕੇ। ਸੋ ਦੁਨੀ ਚੰਦ ਦੀ ਉੱਥੇ ਹਵੇਲੀ ਹੈ, ਗੁਰਦਾਸ ਨੰਗਲ ਦੀ ਗੜੀ ਜਿਹਨੂੰ ਕਹਿੰਦੇ ਆਪਾਂ, ਉੱਥੇ ਟਿਕ ਗਏ। ਇਹ 1715 ਈਸਵੀ ਦੇ ਵਿੱਚ ਇੱਥੇ ਗੁਰਦਾਸਪੁਰ ਤੋਂ 4 ਮੀਲ ਹਟਵਾਂ ਇਹ ਯੁੱਧ ਹੁੰਦਾ ਹੈ। ਤਕਰੀਬਨ 8 ਮਹੀਨੇ ਯੁੱਧ ਚੱਲਿਆ ਹੈ। ਇੰਨਾ ਲੰਬੇਰਾ ਇਸ ਲਈ ਚੱਲਿਆ, ਲੜ ਕੇ ਜੰਗ ਜਿੱਤਣ ਜੋਗੇ ਮੁਗਲ ਨਾ ਰਹੇ। ਉਹਨਾਂ ਗੜੀ ਨੂੰ ਘੇਰਿਓ ਇਸ ਤਰ੍ਹਾਂ ਸੀਲ ਕਰ ਛੱਡਿਆ ਸੀ ਵੀ ਕੋਈ ਰਾਸ਼ਨ ਪਾਣੀ ਅੰਦਰ ਨਾ ਜਾਵੇ, ਜਿਵੇਂ ਆਨੰਦਾਂ ਦੀ ਪੁਰੀ ਨੂੰ ਸੀਲ ਕੀਤਾ ਸੀ। ਹੁਣ 8 ਮਹੀਨਿਆਂ ਵਿੱਚ ਤੁਸੀਂ ਜਾਣਦੇ ਹੀ ਹੋ ਰਾਸ਼ਨ ਪਾਣੀ ਕਿੰਨਾ ਸਮਾਂ ਕੱਢੇਗਾ। ਮੁੱਕ ਗਿਆ। ਘੋੜਿਆਂ ਦੀ ਖੁਰਾਕ ਛੋਲੇ ਖਾ ਕੇ ਸਿੰਘਾਂ ਨੇ ਗੁਜ਼ਾਰਾ ਕੀਤਾ। ਕਹਿੰਦੇ ਰੁੱਖਾਂ ਦੇ ਪੱਤੇ ਖਾਧੇ, ਪੱਤੇ ਵੀ ਮੁੱਕ ਗਏ। ਤੋ ਉਹ ਰੁੱਖਾਂ ਦੀ ਖੱਲ ਲਾ ਕੇ, ਛਿੱਲ ਲਾ ਕੇ, ਪਾਣੀ 'ਚ ਉਬਾਲ ਕੇ ਉਹ ਜਲ ਪੀਂਦੇ ਨੇ। ਕਹਿੰਦੇ ਸਦਾ ਗੁਲਾਬ ਛਕਿਆ ਹੈ। ਜਦੋਂ ਐਸੇ ਹਾਲਾਤ ਬਣ ਗਏ, ਸਰੀਰ ਤੋਂ ਫਿਰ ਨਿਰਬਲ ਹੋਣ ਲੱਗ ਪਈਦਾ। ਚਾਹੇ ਕਿ ਆਤਮਾ ਬੜੀ ਬਲਵਾਨ ਸੀ ਸਿੰਘਾਂ ਦੀ, ਨਾਮ ਦੇ ਅਭਿਆਸੀ ਸਨ। ਤੁਸੀਂ ਦੇਖੋ ਕੁਰਬਾਨੀ ਦੀ ਭਾਵਨਾ ਕਿੰਨੀ ਹੈ। ਜਦੋਂ ਰੁੱਖਾਂ ਦਾ ਸੱਕ ਵੀ ਮੁੱਕ ਗਿਆ ਨਾ, ਤੋ ਬਾਬਾ ਬਾੜ ਸਿੰਘ ਦੇ ਜਥੇ ਦਾ ਇੱਕ ਸਿੰਘ ਕਹਿੰਦਾ ਵੀ ਮੈਂ ਬਜ਼ੁਰਗ ਵੀ ਹਾਂ ਤੇ ਬਿਮਾਰ ਵੀ ਹਾਂ, ਮੈਂ ਮੈਦਾਨੇ ਜੰਗ 'ਚ ਹੁਣ ਕੁਝ ਸਵਾਰ ਨਹੀਂ ਸਕਾਂਗਾ ਤੁਹਾਡਾ, ਪਰ ਮੇਰਾ ਤਨ ਲੇਖੇ ਲੱਗ ਜਾਵੇ, ਮੇਰੇ ਪੱਟਾਂ ਦਾ ਮਾਸ ਲਾ ਕੇ ਤੁਸੀਂ ਛਕ ਲਓ। ਇੱਦਾਂ ਦੀ ਭਾਵਨਾ। ਕਿੱਥੇ ਅਸੀਂ ਮੁਰਦਾਰ ਖਾਣ ਲੱਗ ਪਏ, ਦੂਜੇ ਦਾ ਹੱਕ ਖੋਹਣ ਲੱਗ ਪਏ। ਕਿੱਥੇ ਆਪਾ ਆਪ ਵਾਰਨ ਲਈ ਸਿੰਘ ਤਿਆਰ ਰਹਿੰਦੇ ਸਨ। ਇਹਨੂੰ ਕਹਿੰਦੇ ਨੇ ਦੁੱਖ ਭੁੱਖ ਨਹੀਂ ਵਿਆਪਈ, ਜੇ ਸੁਖ ਦਾਤਾ ਮਨ ਹੋਏ, ਜਿਨ੍ਹਾਂ ਦੇ ਮਨ ਅੰਦਰ ਪਰਮੇਸ਼ਵਰ ਪ੍ਰਗਟ ਹੈ, ਉਹ ਦੁੱਖ ਭੁੱਖ ਵਿੱਚ ਟੁੱਟਦੇ ਨਹੀਂ ਹੁੰਦੇ। ਇੱਕ ਲਿਖਤ ਹੈ ਇਬਰਤਨਾਮੇ, ਉਹਦੇ ਵਿੱਚ ਮੁਹੰਮਦ ਹਰੀਸ਼ੀ ਲਿਖਦਾ ਹੈ ਵੀ ਸਿੰਘਾਂ ਦੀ ਬਹਾਦਰੀ ਤੇ ਦਲੇਰੀ ਦੇ ਕਾਰਨਾਮੇ ਹੈਰਾਨ ਕੁਨ ਸਨ। ਸ਼ਾਹੀ ਫੌਜ ਦੇ ਅੰਦਰ ਇੰਨਾ ਡਰ ਸੀ, ਉਹ ਸੋਚਦੇ ਸਨ ਵੀ ਇਹ ਬੰਦਾ ਸਿੰਘ ਬਹਾਦਰ ਕਿਸੇ ਤਰ੍ਹਾਂ ਗੜੀ ਛੱਡ ਕੇ ਨਿਕਲ ਜਾਵੇ। ਜੇ ਗੜੀ ਵਿੱਚ ਰਹਿ ਗਿਆ, ਜੰਗ ਚੱਲਦਾ ਰਹਿਣਾ ਤੇ ਸਾਡਾ ਖੁਰਾ ਖੋਜ ਮਿਟਾ ਦੇਵੇਗਾ। ਐਵੇਂ ਨਹੀਂ ਖੈਬਰ ਤੱਕ ਸਿੰਘਾਂ ਨੇ ਰਾਜ ਕੀਤਾ। ਸਿੰਘਾਂ ਦੀ ਅਜ਼ਮਤ ਐਸੀ ਸੀ, ਨਾਮ ਦੇ ਅਭਿਆਸੀ ਸਨ। ਨਿਰੇ ਸਿਪਾਹੀ ਨਹੀਂ ਕਾਮਯਾਬ ਹੁੰਦੇ, ਸੰਤ ਸਿਪਾਹੀ ਕਾਮਯਾਬ ਹੁੰਦੇ ਨੇ। ਸਿਪਾਹੀ ਵੱਡੀ ਗੱਲ ਹੈ, ਇੱਕ ਨੂੰ ਮਾਰੇਗਾ ਮਰ ਜਾਵੇਗਾ। ਜਿਹੜਾ ਸੰਤ ਸਿਪਾਹੀ ਹੈ, ਲੋਭ ਮੋਹ ਨੂੰ ਜਿੱਤਿਆ ਹੋਇਆ, ਉਹ ਹੀ ਲੱਖਾਂ ਅੱਗੇ ਅੜਦਾ ਹੈ। ਸਿਪਾਹੀ ਸਾਵੀਂ ਟੱਕਰ ਲੈ ਸਕਦੇ ਨੇ, ਲੱਖਾਂ ਅੱਗੇ ਨਹੀਂ ਖਲੋਂਦੇ, ਕਿਉਂਕਿ ਅੰਦਰੋਂ ਜਜ਼ਬਾ ਉਹ ਅਜ਼ਮਤ ਨਹੀਂ ਹੁੰਦੀ। ਜਿਨ੍ਹਾਂ ਮੋਹ ਜਿੱਤਿਆ ਹੈ, ਜਿਨ੍ਹਾਂ ਨੂੰ ਤਨ ਦਾ ਮੋਹ ਨਹੀਂ, ਲੱਖਾਂ ਅੱਗੇ ਉਹ ਖਲੋਂਦੇ ਨੇ, ਕਿਉਂਕਿ ਅੰਤ ਪਤਾ ਹੈ, ਉੱਥੇ ਕੱਟੇ ਜਾਣਾ ਪਵੇਗਾ। ਜਿੱਤ ਮੈਦਾਨੇ ਜੰਗ ਵਿੱਚ ਮੁਸ਼ਕਲ ਹੈ, ਉੱਥੇ ਸਿਰ ਦੇਣਾ ਪਵੇਗਾ। ਇਉਂ ਲੰਬੇਰੇ ਘੇਰੇ ਤੋਂ ਬਾਅਦ ਦੱਸਦੇ ਨੇ ਵੀ 100 ਸਵਾ 100 ਦੇ ਕਰੀਬ ਕਮਾਨ ਸਨ ਕਿਲੇ ਵਿੱਚ, ਪਰ ਤੀਰ ਕੋਈ ਨਾ ਰਿਹਾ। 200 ਤੋਂ ਉੱਤੇ ਰਾਈਫਲਾਂ ਸਨ, ਬੰਦੂਕਾਂ ਸਨ, ਪਰ ਸਿੱਕਾ ਨਾ ਰਿਹਾ, ਗੋਲੀ ਨਾ ਮਿਲੀ ਕੋਈ। ਅਖੀਰ ਉਹ ਸਰੀਰ ਕਰਕੇ ਜੋ ਅੱਧ ਮਰੇ ਜੇ ਹੋਏ ਪਏ ਸਿੰਘ ਨੇ, ਗੜੀ ਦਾ ਦਰਵਾਜ਼ਾ ਖੁੱਲ੍ਹਿਆ, ਮੁਗਲਾਂ ਨੂੰ ਟੁੱਟ ਕੇ ਪੈ ਗਏ। ਕੁਝ ਸ਼ਹੀਦ ਹੋ ਗਏ, ਕੱਟੇ ਗਏ, ਵੱਢੇ ਗਏ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸੈਂਕੜੇ ਮੁਗਲਾਂ ਦੇ ਆਹੂ ਲਾਏ, ਅਖੀਰ ਵਿੱਚ ਗ੍ਰਿਫਤ ਵਿੱਚ ਆ ਗਏ। ਗ੍ਰਿਫਤਾਰੀ ਹੁੰਦੀ ਹੈ, ਪਿੰਜਰੇ ਵਿੱਚ ਕੈਦ ਕੀਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੇ ਲੱਦ ਲਿਆ ਜਾਂਦਾ ਹੈ। ਇੱਕ ਤੁਰਕੀ ਅਫਸਰ ਸੰਜੋਗ ਪਹਿਨ ਕੇ ਨੰਗੀ ਤਲਵਾਰ ਲੈ ਕੇ ਪਹਿਰੇ ਤੇ ਨਾਲ ਖਲੋਂਦਾ ਹੈ। ਕੋਈ 200-300 ਦੇ ਕਰੀਬ ਉੱਥੇ ਸਿੰਘਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗੇ ਜਾਂਦੇ ਨੇ, ਬਾਕੀਆਂ ਨੂੰ ਗ੍ਰਿਫਤ ਵਿੱਚ ਲਿਆ ਜਾਂਦਾ ਹੈ।
ਅਬਦੁਲ ਸਮਦ ਖਾਂ, ਜਿਹਨੂੰ ਜ਼ਕਰੀਆ ਖਾਂ ਵੀ ਕਹਿੰਦੇ ਨੇ, ਦੂਜਾ ਨਾਮ ਹੈ ਇਹਦਾ, ਇਹ ਜਦੋਂ ਸਿੰਘਾਂ ਨੂੰ ਲਿਜਾਣ ਲੱਗਾ ਹੈ ਦਿੱਲੀ ਨੂੰ, ਤੇ ਆਪਣੇ ਸਿਪਾਹੀਆਂ ਨੂੰ, ਕਮਰੂਦੀਨ ਵਰਗੇ ਆਗੂਆਂ ਨੂੰ ਕਹਿੰਦਾ, ਐਸੀ ਨੁਮਾਇਸ਼ ਲਾਓ ਲੋਕ ਵੇਖ ਕੇ ਕੰਬ ਉੱਠਣ ਵੀ ਹਕੂਮਤ ਦੇ ਖਿਲਾਫ ਬਗਾਵਤ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ ਹੈ। 1716 ਫਰਵਰੀ ਦਾ ਮਹੀਨਾ ਹੈ। ਇਹ ਸ਼ਹੀਦੀਆਂ ਦੇ ਦਿਨ ਚੱਲਣੇ ਨੇ ਦਿੱਲੀ। ਖੈਰ, ਉੱਥੋਂ ਦਿੱਲੀ ਜਦੋਂ ਪਹੁੰਚਦੇ ਨੇ ਨਾ, ਦਿੱਲੀ ਤੋਂ ਬਾਹਰੇ ਅਗਰਾਬਾਦ ਤੋਂ ਸ਼ਾਹੀ ਮਹੱਲ ਤੱਕ ਇਹ ਜਲੂਸ ਲੈ ਕੇ ਜਾਣਾ ਹੈ। ਇਤਮਾਦੁ ਦੌਲਾ ਮੁਹੰਮਦ ਅਮੀਨ ਖਾਨ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਬੜੇ ਬੇਹੁਦਾ ਢੰਗ ਦੇ ਨਾਲ ਇਹ ਜਲੂਸ ਕੱਢਦਾ ਹੈ। ਦੱਸਦੇ ਨੇ ਵੀ ਇਹ ਜ਼ਕਰੀਆ ਖਾਨ ਨੇ ਆਖਿਆ ਸੀ, ਇਹ ਸਿਰ ਬੜੇ ਥੋੜ੍ਹੇ ਨੇ। ਬੇਦੋਸ਼ੇ ਸਿੱਖ, ਕਿਰਤੀ ਸਿੱਖਾਂ ਦੇ ਵੀ ਰਸਤੇ ਵਿੱਚ ਸਿਰ ਵੱਢ ਲਏ ਗਏ ਸਨ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ ਵੀ 3000 ਦੇ ਕਰੀਬ ਨੇਜਿਆਂ ਤੇ ਸਿਰ ਟੰਗੇ ਸਨ। ਉੱਥੇ ਤੁਰੇ ਜਾ ਰਹੇ ਨੇ। ਤੋ ਹਾਸੋ ਹੀਣਾ ਮਾਹੌਲ ਨੂੰ ਬਣਾਉਣ ਲਈ ਇੱਕ ਨੇਜੇ ਤੇ ਅੱਗੇ ਬਿੱਲੀ ਮਾਰ ਕੇ ਟੰਗੀ ਹੈ। ਬੰਦਾ ਸਿੰਘ ਬਹਾਦਰ ਹਾਥੀ ਤੇ ਆਇਆ ਤੇ ਸਿੰਘਾਂ ਦੀ ਪਿੱਠ ਨਾਲ ਪਿੱਠ ਜੋੜ ਕੇ ਦੋ ਸਿੰਘ ਊਠਾਂ ਤੇ ਲੱਦ ਕਰਕੇ ਇਉਂ ਜਲੂਸ ਕੱਢਿਆ ਜਾ ਰਿਹਾ ਹੈ, ਲਿਜਾ ਰਹੇ ਨੇ। ਹੁਣ ਮੁਸਲਮਾਨ ਲੋਕ ਬੜੇ ਖੇੜੇ ਵਿੱਚ ਨੇ ਦਿੱਲੀ ਦੇ, ਬੜੇ ਖੁਸ਼ ਨੇ। ਆਮ ਪ੍ਰਜਾ ਅਥਰੂ ਵਹਾਉਂਦੀ ਹੈ। ਸੜਕਾਂ ਦੇ ਦੋਹੀਂ ਤਰਫੀ ਸਿਪਾਹੀ ਨੇ, ਲੋਕਾਈ ਖਲੋਤੀ ਤਮਾਸ਼ਾ ਵੇਂਦੀ ਹੈ। ਪੱਥਰ ਤੱਕ ਲੋਕ ਮਾਰਦੇ ਨੇ, ਗਾਲਾਂ ਕੱਢਦੇ ਨੇ, ਪਰ ਸਿੰਘ ਨਹੀਂ ਡੋਲਦੇ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਨਿਰਾ ਸਿਪਾਹੀ ਹੁੰਦਾ ਤੇ ਡੋਲ ਜਾਂਦਾ। ਸੰਤ ਸਿਪਾਹੀ ਸਨ। ਪਹਿਲਾਂ ਮਾਲਾ ਦੇ ਅਭਿਆਸੀ, ਫਿਰ ਤਲਵਾਰ ਦੀ ਬਾਤ। ਹੁਣ ਜਿਹਦੇ ਅੰਦਰ ਬਾਣੀ ਵਸਦੀ ਹੈ ਉਹ ਡੋਲਦਾ ਨਹੀਂ ਹੈ, ਗਿਣਤੀਆਂ ਮਿਣਤੀਆਂ ਤੋਂ ਡਰਦਾ ਨਹੀਂ ਹੈ। ਕਹਿੰਦੇ ਇੱਕ ਸਿਪਾਹੀ ਨੇ ਜਦੋਂ ਚਿਹਰੇ ਦਾ ਜਲਾਲ ਵੇਖਿਆ ਨਾ, ਮੁਗਲ ਸਰਦਾਰ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ, ਤਾਂ ਉਹਦੇ ਬੋਲ ਸਨ, ਸੁਬਹਾਨ ਅੱਲਾ, ਕੈਸਾ ਦੀਦਾਰ ਔਰ ਇਤਨੇ ਅਤਿਆਚਾਰ। ਵੀ ਇੰਨਾ ਜ਼ੁਲਮ ਹੋਣ ਤੋਂ ਬਾਅਦ ਵੀ ਚਿਹਰੇ ਤੇ ਸ਼ਿਕਨ ਨਹੀਂ ਹੈ ਤੇਰੇ, ਤੈਨੂੰ ਕੋਈ ਡਰ ਨਹੀਂ ਹੈ। ਤੋ ਬੰਦਾ ਸਿੰਘ ਬਹਾਦਰ ਕਹਿੰਦਾ ਵੀ ਡਰ ਕਿਸ ਗੱਲ ਦਾ ਹੈ? ਤੁਹਾਡੀਆਂ ਜੜ੍ਹਾਂ ਪੁੱਟ ਕੇ ਸੁੱਟੀਆਂ ਨੇ। ਜਦੋਂ ਕੋਈ ਜ਼ੁਲਮ ਕਰਦਾ ਹੈ, ਸਿਤਮ ਕਰਦਾ ਹੈ, ਬਘਿਆੜ ਬਣਦਾ ਹੈ, ਤੇ ਰੱਬ ਕਿਸੇ ਸ਼ੇਰ ਨੂੰ ਘੱਲਦਾ ਹੈ ਜੜ੍ਹਾਂ ਪੁੱਟਣ ਲਈ। ਤੋ ਕਰਮ ਮੈਂ ਕਮਾ ਲਿਆ ਹੈ, ਹੁਣ ਤੁਹਾਡੀ ਵਾਰੀ ਹੈ। ਇਹ ਵੀ ਰੱਬ ਦੇ ਹੁਕਮ ਵਿੱਚ ਹੈ, ਮੈਨੂੰ ਸ਼ਹੀਦ ਕਰੋ, ਰਹਿੰਦੀ ਦੁਨੀਆ ਤੱਕ ਮੇਰਾ ਨਾਮ ਰਹੇਗਾ। ਸ਼ਹੀਦਾਂ ਦੀ ਜੈ ਜੈਕਾਰ ਰਹਿੰਦੀ ਹੈ। ਦਿੱਲੀ ਦੇ ਮੁਸਲਮਾਨਾਂ ਲਈ ਬੜਾ ਮਨੋਰੰਜਕ ਨਜ਼ਾਰਾ ਹੈ। ਦੂਸਰੀ ਤਰਫ ਸਿੰਘ ਰੰਚਕ ਮਾਤਰ ਵੀ ਦੀਨਤਾ, ਉਦਾਸੀ, ਸ਼ਰਮਿੰਦਗੀ ਨਹੀਂ ਚਿਹਰੇ ਤੇ ਲਿਆਉਂਦੇ, ਨਾਮ ਜਪਦੇ ਜਾ ਰਹੇ ਨੇ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਆਤਮਾ ਅਡੋਲ ਨਾ ਡੋਲਈ, ਗੁਰ ਕੈ ਭਾਏ ਸੁਭਾਏ। ਜਿਹੜੇ ਗੁਰੂ ਦੇ ਹੁਕਮ ਵਿੱਚ ਹੁੰਦੇ ਨੇ, ਅਡੋਲ ਆਤਮਾ ਹੁੰਦੀ ਹੈ, ਉਹ ਡੋਲਦੇ ਨਹੀਂ। ਇੱਥੇ 27 ਨਿਕਟਵਰਤੀ ਮੁੱਖ ਆਗੂ ਸਨ ਬਾਬਾ ਬੰਦਾ ਸਿੰਘ ਦੇ ਨਾਲ ਦੇ। ਉਹ ਮੀਰ ਔਸ਼ ਇਬਰਾਹਿਮਉਦੀਨ ਖਾਨ ਨੂੰ ਦੇ ਦਿੱਤੇ ਵੀ ਇਹ ਤੇਰੇ ਹਵਾਲੇ। ਬਾਕੀ ਉੱਥੇ ਦਿੱਲੀ ਦੇ ਕੋਤਵਾਲ ਸਰਬਰਾ ਖਾਨ ਦੇ ਸਿੱਖ ਹਵਾਲੇ ਕੀਤੇ ਗਏ। ਜਿਨ੍ਹਾਂ ਬਾਰੇ ਆਉਂਦਾ ਨਾ ਜੀ 700-750 ਗਿਣਤੀ ਸੀ, ਉਹ ਸਰਬਰਾ ਖਾਨ ਦੇ ਹਵਾਲੇ ਕੀਤੇ ਗਏ। ਬੰਦੀ ਸਿੰਘਾਂ ਨੂੰ ਅਸਹਿ ਤੇ ਅਕਹਿ ਕਸ਼ਟ ਦਿੱਤੇ ਗਏ ਵੀ ਇਹ ਡੋਲ ਜਾਣ, ਇਹ ਧਰਮ ਬਦਲ ਲੈਣ। 3 ਮਹੀਨੇ ਉੱਥੇ ਮੁਖੀਏ ਸਰਦਾਰਾਂ ਨੂੰ ਬਾਬਾ ਬੰਦਾ ਸਿੰਘ ਦੇ ਸਹਿਤ ਕੈਦ ਰੱਖਿਆ ਹੈ। ਬਾਕੀ ਸਿੰਘਾਂ ਨੂੰ ਤੇ ਸ਼ਹੀਦ ਕਰੀ ਜਾ ਰਹੇ ਸਨ। ਬਾਬਾ ਬੰਦਾ ਸਿੰਘ ਦੀ ਧਰਮ ਸੁਪਤਨੀ ਬੀਬੀ ਸੁਸ਼ੀਲ ਕੌਰ ਬੜੀ ਸੁੰਦਰ ਸੀ। ਉਹਨੂੰ ਆਪਣੇ ਹਰਮ ਵਿੱਚ ਭੇਜ ਦਿੱਤਾ ਫਰਖਸੀਅਰ ਨੇ, ਔਰ ਦਾਸੀਆਂ ਨੂੰ ਕਹਿੰਦਾ ਹੈ, ਇਹਨੂੰ ਲਾਲਚ ਦਿਓ, ਇਹਨੂੰ ਸਮਝਾਓ ਬੁਝਾਓ, ਤੇਰੇ ਪਤੀ ਦਾ ਖੁਰਾ ਖੋਜ ਮਿਟਾ ਦਿੱਤਾ ਹੈ, ਦੀਨੇ ਇਸਲਾਮ ਵਿੱਚ ਆ ਜਾ, ਮੇਰੇ ਨਾਲ ਨਿਕਾਹ ਕਰ ਲੈ, ਨਹੀਂ ਤੇ ਤੇਰਾ ਫਰਜ਼ੰਦ ਵੀ ਮਾਰਿਆ ਜਾਵੇਗਾ। ਪਰ ਉਹ ਪਤੀ ਵਰਤਾ ਔਰਤ, ਜਿਵੇਂ ਗੁਰਮਤਿ ਦੇ ਬੋਲ ਨੇ ਨਾ, ਸੋਹ ਮੇਰਾ ਏਕ ਦੂਜਾ ਨਹੀਂ,
ਕੋਈ ਖਸਮ ਇੱਕੋ ਹੀ ਹੈ, ਦੂਜਾ ਨਹੀਂ ਹੈ ਕੋਈ। ਉਹ ਆਪਣੇ ਧਰਮ ਤੇ ਅਡੋਲ ਹੈ। ਦੂਸਰੀ ਤਰਫ ਸਿੱਖਾਂ ਦਾ ਕਤਲੇਆਮ ਸ਼ੁਰੂ ਹੁੰਦਾ ਹੈ। ਰੋਜ਼ ਦੇ 100 ਸਿੱਖ ਵੱਢੇ ਜਾਣ ਲੱਗੇ। ਜਦੋਂ 300 ਸਿੱਖ ਵੱਢਿਆ ਗਿਆ ਨਾ, ਇੱਕ ਮਿਸਟਰ ਸ਼ਰਮਨ ਹੋਏ ਨੇ ਅੰਗਰੇਜ਼, ਉੱਥੇ ਰਿਕਾਰਡ ਰੱਖਦਾ ਸੀ, ਉਹਦੇ ਬੋਲ ਨੇ ਵੀ ਹਰ ਸਿੱਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਤੇ ਲਿਜਾਣ ਤੋਂ ਪਹਿਲਾਂ ਲਾਲਚ ਦਿੱਤਾ ਜਾਂਦਾ ਸੀ, ਪੇਸ਼ਕਸ਼, ਤਖਤ, ਰੁਤਬਾ, ਸ਼ਹਿਜ਼ਾਦੀਆਂ ਦੇ ਡੋਲੇ, ਹੀਰੇ ਜਵਾਹਰਾਤ ਮਿਲਣਗੇ, ਦੀਨੇ ਇਸਲਾਮ ਵਿੱਚ ਆ ਜਾਓ, ਸਿੱਖੀ ਛੱਡ ਦਿਓ। ਉਹ ਕਹਿੰਦਾ ਹੈਰਾਨੀ ਦੀ ਗੱਲ ਹੈ, ਇੱਕ ਤੋਂ ਇੱਕ ਅੱਗੇ ਹੋ ਕੇ ਸਿੰਘ ਸ਼ਹੀਦੀ ਲਈ ਤਿਆਰ ਸੀ, ਪਰ ਰੁਤਬਾ ਕੋਈ ਨਹੀਂ ਸੀ ਚਾਹੁੰਦਾ ਸਿੱਖੀ ਛੱਡ ਕੇ। ਅੱਜ ਉਲਟ ਹੋ ਗਿਆ। ਅੱਜ ਕੁਰਸੀ ਖਾਲੀ ਚਾਹੀਦੀ ਹੈ, ਭਾਵੇਂ ਪਿਓ ਦਾ ਨਾ ਗਲ ਘੁੱਟਣਾ ਪੈ ਜਾਵੇ। ਐਸਾ ਰੁਤਬਾ ਰਿਹਾ ਹੈ ਉਹਨਾਂ ਦਿਨਾਂ 'ਚ ਸਿੰਘਾਂ ਦਾ। ਜਿੰਨਾ ਮਰਜ਼ੀ ਬੰਦਾ ਪੁਰਾਣਾ ਧੜੇ ਨਾਲ ਜੁੜਿਆ ਹੋਵੇ, ਮਾੜਾ ਜਿਹਾ ਹੀ ਕੋਈ ਲੱਭ ਦੇ ਦਵੇ, ਛਾਲ ਮਾਰ ਕੇ ਦੂਜੇ ਬੰਨੇ। ਇੱਦਾਂ ਦੀ ਸਿੱਖੀ ਨਹੀਂ ਸੀ, ਕਿਉਂਕਿ ਅਸੀਂ ਬਾਣੀ ਨਹੀਂ ਪੜ੍ਹਦੇ, ਨਿਤਨੇਮ ਛੱਡ ਦਿੱਤਾ ਹੈ। ਗਰਮ ਗੱਲਾਂ ਅਸੀਂ ਸਾਰੇ ਬੜੀਆਂ ਕਰਦੇ ਹਾਂ। ਮੈਂ ਨਾ ਮੇਰੇ ਮੋਢਿਆਂ 'ਤੇ ਸਿੱਖੀ ਸੰਗਤ, ਜੋ ਤੁਹਾਡੇ 'ਚ ਵੀ ਹੋਣੇ ਜਿਹੜੇ ਕਹਿੰਦੇ ਸਾਡੇ ਮੋਢਿਆਂ 'ਤੇ ਸਿੱਖੀ ਖਲੋਤੀ ਹੈ। ਤੋ ਮੋਢੇ ਉਹਦੇ ਹੀ ਭਾਰ ਚੱਲ ਸਕਦੇ ਨੇ ਜਿਹਦੇ ਕੋਲ ਨਾਮ ਸਿਮਰਨ ਹੈ। ਉਹ ਆਪਣੇ ਕੋਲ ਕਿਸੇ ਕੋਲ ਵੀ ਹੈ ਨਹੀਂ ਹੈ। ਇਸੇ ਕਰਕੇ ਹੀ ਢਹਿੰਦੀ ਕਲਾ ਦੀ ਖੇਡ ਚੱਲਦੀ ਹੈ। ਵੇਖੋ ਸਿੱਖਾਂ ਦੀ ਚੜ੍ਹਦੀ ਕਲਾ। ਇੱਕ ਬਜ਼ੁਰਗ ਮਾਈ ਦਾ ਇਕਲੌਤਾ ਫਰਜ਼ੰਦ ਹੈ, ਨਾਬਾਲਗ। ਉਹ ਦੌੜ ਕੇ ਫਰਕਸੀਅਰ ਦੇ ਦਰਬਾਰ ਗੁਹਾਰ ਲਾਉਂਦੀ ਹੈ, ਇਹ ਬਚੜਾ ਮੇਰਾ ਸਿੱਖ ਨਹੀਂ ਹੈ, ਗੁੰਮਰਾਹ ਹੋਇਆ ਹੈ, ਇਹਨਾਂ ਸਿੱਖਾਂ ਦੇ ਨਾਲ ਰਲ ਗਿਆ ਹੈ। ਅੱਜ ਚਬੂਤਰੇ ਤੇ ਚੜਾ ਕੇ ਉਹਦਾ ਸਿਰ ਕਲਮ ਕੀਤਾ ਜਾਣਾ ਹੈ, ਤੋ ਮੈਨੂੰ ਤੁਸੀਂ ਪਰਵਾਨਾ ਲਿਖ ਦਿਓ, ਮੇਰੇ ਬੱਚੇ ਦੀ ਜਾਨ ਬਖਸ਼ ਦਿਓ। ਫਰਕਸੀਅਰ ਨੇ ਪਰਵਾਨਾ ਲਿਖ ਦਿੱਤਾ। ਸਰਬਰਾ ਖਾਨ ਕੋਲ ਪਰਵਾਨਾ ਲੈ ਕੇ ਗਈ। ਚਬੂਤਰੇ ਤੇ ਉਹਦਾ ਸਿਰ ਲਾਉਣ ਲੱਗੇ ਸੀ ਬੱਚੇ ਦਾ। ਜਦੋਂ ਪਰਵਾਨਾ ਪਹੁੰਚਦਾ ਹੈ ਤੇ ਉਹ ਬੱਚੇ ਨੂੰ ਹੇਠਾਂ ਲੈ ਆਂਦਾ ਗਿਆ। ਉਹਨੂੰ ਦੱਸਿਆ ਤੇਰੀ ਮਾਂ ਆਈ ਹੈ। ਉਹ ਕਹਿੰਦੀ ਤੂੰ ਸਿੱਖ ਨਹੀਂ ਹੈ, ਤੈਨੂੰ ਛਡਵਾਉਣ ਆਈ ਹੈ, ਫਰਕਸੀਅਰ ਦਾ ਹੁਕਮ ਹੈ, ਛੱਡ ਦਿਓ। ਮਾਂ ਦੇ ਸਾਵੇਂ ਆ ਕੇ ਗਲੂਏ ਦੇ ਬੋਲ ਸਨ ਨਾਬਾਲਗ ਬੱਚੇ ਦੇ, ਝੂਠ ਬੋਲਦੀ ਹੈ, ਇਹਨੂੰ ਨਹੀਂ ਜਾਣਦਾ ਮੈਂ, ਮੇਰੀ ਮਾਂ ਹੀ ਨਹੀਂ ਹੈ ਇਹ। ਮੇਰਾ ਬਾਪ ਗੁਰੂ ਗੋਬਿੰਦ ਸਿੰਘ ਹੈ ਤੇ ਮਾਂ ਮੇਰੀ ਸਾਹਿਬ ਕੌਰ ਹੈ, ਮੈਂ ਇਹਦਾ ਕੁਝ ਨਹੀਂ ਲੱਗਦਾ। ਇਹਨੂੰ ਕਹਿੰਦੇ ਨੇ ਮਾਨ ਮੋਹ ਖੋਏ ਗੁਰ ਭਰਮ। ਗੁਰੂ ਦੀ ਕਿਰਪਾ ਨਾਲ ਮਾਨ ਨੂੰ, ਮੋਹ ਨੂੰ ਜਿੱਤਣ ਵਾਲੇ ਸਿੰਘ ਨੇ। ਮੋਹ ਛੱਡ ਦਿੱਤਾ ਮਾਈ ਦਾ। ਕਹਿੰਦੇ ਆਪ ਦੌੜ ਕੇ ਚਬੂਤਰੇ ਤੇ ਚੜ੍ਹਿਆ ਵੀ ਮੇਰੇ ਸਾਥੀਆਂ ਨਾਲ ਮੇਰਾ ਸਿਰ ਕਲਮ ਕਰੋ। ਸ਼ਹੀਦ ਕੀਤਾ ਗਿਆ। ਇਹ ਬੜੇ ਬੜੇ ਰਿਕਾਰਡ ਕੀਪਰਸ, ਰੈਕਡ ਰੱਖਣ ਵਾਲੇ ਗੋਰਿਆਂ ਦੇ ਲਿਖੇ ਹੋਏ ਬੋਲ ਨੇ ਐਸੇ। ਇਹ ਸਿੱਖਾਂ ਨੇ ਕੋਈ ਵਾਧੂ ਘਾਟੂ ਗੱਲਾਂ ਨਹੀਂ ਲਿਖੀਆਂ ਵਡਿਆ ਕੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਸਿੱਖ। ਫਰਕਸੀਅਰ ਪੁੱਛਦਾ ਹੈ ਕਿੰਨੇ ਸਿੰਘ ਕਤਲ ਹੋ ਗਏ? ਕਹਿੰਦੇ ਜੀ 300। ਕਹਿੰਦਾ ਕਿੰਨਿਆਂ ਨੇ ਈਨ ਮੰਨੀ ਹੈ? ਕਹਿੰਦੇ ਜੀ ਇੱਕ ਨੇ ਵੀ ਨਹੀਂ। ਕਹਿੰਦਾ ਮੇਰਾ ਮਕਸਦ ਇਹਨਾਂ ਨੂੰ ਕਤਲ ਕਰਨਾ ਨਹੀਂ ਹੈ, ਝੁਕਾਉਣਾ ਹੈ। ਤੋ ਹੱਥਕੰਡਾ ਇਹ ਅਪਣਾਓ ਵੀ ਇਹਨਾਂ ਦਾ ਭੋਜਨ ਤੇ ਬੰਦ ਹੈ, ਇਹਨਾਂ ਨੂੰ ਹੁਣ ਪਾਣੀ ਵੀ ਨਹੀਂ ਦੇਣਾ, ਪਿਆਸੇ ਰੱਖੋ, ਭੁੱਖੇ ਰੱਖੋ। ਦੇਖੋ ਸਿੱਖੀ ਦਾ ਸਿਧਾਂਤ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਿੱਖ ਅਕਾਲ ਪੁਰਖ ਦਾ ਪੁਜਾਰੀ ਹੈ, ਧਰਮ ਨਹੀਂ ਛੱਡਦਾ। ਗਾਇਤਰੀ ਵਾਲਿਆਂ ਨੂੰ ਗਾਇਤਰੀ ਮੁਬਾਰਕ ਹੈ, ਨਮਾਜ਼ੀਆਂ ਨੂੰ ਨਮਾਜ਼ ਮੁਬਾਰਕ ਹੈ। ਸਿੱਖ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ, ਜਪਜੀ ਜਾਪ ਪੜ੍ਹਦਾ ਹੈ। ਉਹ ਜ਼ਕਰੀਆ ਖਾਨ ਆਪ ਆ ਗਿਆ ਵੀ ਅੱਛਾ ਇਹ ਭੁੱਖੇ ਵੀ ਨਹੀਂ ਟੁੱਟਦੇ। ਮੈਂ ਵੇਖਦਾ ਹੈ ਰੋਟੀ ਵੇਖ ਕੇ ਤੇ ਵੱਡੇ ਵੱਡੇ ਡਿੱਗ ਪੈਂਦੇ ਨੇ, ਜਿਵੇਂ ਪਿਆਸਾ ਕੂਆਂ ਵੇਖ ਕੇ ਡਿੱਗਦਾ ਹੈ। ਉਹ ਰੋਟੀਆਂ ਕਾਫੀ ਲੈ ਕੇ ਗਿਆ। ਉਹਨੇ ਇੱਕ ਰੋਟੀ ਬਜ਼ੁਰਗ ਨੂੰ ਪਕੜਾਈ, ਇਹ ਖਾ ਲਾ, ਦੀਨੇ ਇਸਲਾਮ ਵਿੱਚ ਆ ਜਾ, ਕਿਉਂ ਭੁੱਖੇ ਮਰਨਾ ਹੈ। ਕਹਿੰਦੇ ਉਸ ਬਜ਼ੁਰਗ ਨੇ ਰੋਟੀ ਜਵਾਨ ਨੂੰ ਦੇ ਦਿੱਤੀ, ਨਾਲ ਬੈਠੇ ਨੂੰ। ਕਹਿੰਦਾ ਦੇਖ ਮੇਰੀ ਮੌਤ ਤੇ ਵੈਸੇ ਵੀ ਜਲਦੀ ਆਵੇਗੀ, ਮੈਂ ਬਜ਼ੁਰਗੀ ਵਿੱਚ, ਕੀ ਪਤਾ ਕਿੰਨੇ ਦੇਣਾ, ਮੈਂ ਕੀ ਸਵਾਰ ਸਕਦਾ ਪੰਥ ਦਾ, ਪਰ ਤੇਰੇ ਕੋਲ ਸਮਾਂ ਹੈ,
2-4 ਦਿਨ ਕੱਢ ਲਵੇਂਗਾ, ਪ੍ਰਸ਼ਾਦਾ ਛਕ ਲੈ, ਪਤਾ ਨਹੀਂ ਹੁੰਦਾ ਸਮਾਂ ਕਦੋਂ ਬਦਲ ਜਾਵੇ। ਕਹਿੰਦੇ ਉਹ ਜਵਾਨ ਨੇ ਰੋਟੀ ਫੜੀ ਤੇ ਨਾਲ ਬੱਚਾ ਬੈਠਾ ਹੈ, ਤੋ ਪ੍ਰਸ਼ਾਦਾ ਬੱਚੇ ਨੂੰ ਦੇ ਦਿੱਤਾ। ਮੈਂ ਜਵਾਨ ਹਾਂ, ਮੈਂ ਕੁਝ ਦਿਨ ਉੱਦਾਂ ਜ਼ਿੰਦਾ ਰਹਿ ਸਕਦਾ, ਭੁੱਖਾ ਵੀ, ਤੂੰ ਨਾਬਾਲਗ ਹੈ, ਤੂੰ ਰੋਟੀ ਖਾ ਲੈ। ਕਹਿੰਦੇ ਉਹ ਬੱਚੇ ਨੂੰ ਰੋਟੀ ਪਕੜਾ ਦਿੱਤੀ। ਬੱਚੇ ਨੇ ਫਿਰ ਬਜ਼ੁਰਗ ਨੂੰ, ਤੁਸੀਂ ਵੱਡੇ ਹੋ, ਪਹਿਲਾਂ ਤੁਸੀਂ ਛਕੋ। ਜਦੋਂ ਰੋਟੀ ਘੁੰਮ ਕੇ ਬਜ਼ੁਰਗ ਕੋਲ ਆਈ, ਜ਼ਕਰੀਆ ਖਾਨ ਹੈਰਾਨ ਰਿਹਾ। ਬਜ਼ੁਰਗ ਨੇ ਵਗਾ ਕੇ ਰੋਟੀ ਜ਼ਕਰੀਆ ਖਾਨ ਵੱਲ ਮਾਰੀ ਹੈ। ਮੁਰਦਾਰ ਨਹੀਂ ਖਾਣਾ, ਇਹ ਰੋਟੀ ਹੱਕ ਹਲਾਲ ਦੀ ਕਿੱਥੇ ਹੈ? ਲੁਕਾਈ ਦਾ ਲਹੂ ਪੀ ਕੇ ਤੁਸੀਂ ਸਭ ਇਕੱਠਾ ਕੀਤਾ ਹੈ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਨੇ ਫਰਜ਼ੰਦ ਵਾਰ ਦਿੱਤੇ ਧਰਮ ਤੋਂ, ਅਸੀਂ ਰੋਟੀ ਤੇ ਡਿੱਗ ਪਵਾਂਗੇ, ਅੰਨ ਤੇ ਡਿੱਗ ਪਵਾਂਗੇ। ਕਤਲ ਕਰੋ ਸਾਡਾ, ਰਹਿੰਦੀ ਦੁਨੀਆ ਤੱਕ ਸ਼ਹੀਦਾਂ ਦੀ ਜੈ ਜੈਕਾਰ ਰਵੇਗੀ। ਇਹਨੂੰ ਕਹਿੰਦੇ ਨੇ ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ। ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਰੱਬ ਦਾ ਨਾਮ ਹੈ ਉੱਥੇ ਦੁੱਖ ਭੁੱਖ ਇਹ ਨਹੀਂ ਵਿਆਪਦੀ। ਇਹ ਉਹਨਾਂ ਦੀਆਂ ਬਾਤਾਂ ਨੇ। ਜਿੱਥੇ ਨਾਮ ਹੈ, ਜਿੱਥੇ ਨਾਮ ਨਹੀਂ ਉੱਥੇ ਕਰਾਮਾਤਾਂ ਵਾਧੂ ਦੀਆਂ ਜਾਪਦੀਆਂ ਨੇ। ਵੇਖੋ ਕਿੰਨਾ ਮਾਣ ਹੈ ਈਸਾਈ ਮਤ ਨੂੰ ਜੀ, ਸਾਡੇ ਜੀਸਸ ਕ੍ਰਾਈਸਟ ਸ਼ਹੀਦ ਹੋਏ ਨੇ। ਉਹ ਦਾਅਵਾ ਕਰਦੇ ਨੇ, ਹੋਏ ਵੀ ਨੇ। ਇੱਕ ਲਾਰੈਂਸ ਹੈਨਰੀ ਨਾਮ ਦਾ ਗੋਰਾ, ਉਹਦੀ ਲਿਖਤ ਮਿਲਦੀ ਹੈ। ਉਹ ਕਹਿੰਦਾ ਮੈਂ ਵੇਖੇ ਉਹ ਸਿਰ ਲੈਂਦੇ, ਕਹਿੰਦਾ ਸਾਡਾ ਇੱਕ ਈਸਾ ਸ਼ਹੀਦ ਹੋਇਆ ਹੈ। ਕਹਿੰਦਾ ਉਹ ਕਤਲੇ ਆਮ ਨੂੰ ਦੇਖ ਕੇ ਮੌਕੇ ਵਾਰਦਾਤ ਦੇ ਉੱਤੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਲੱਖਾਂ ਹੀ, ਹਜ਼ਾਰਾਂ ਹੀ, ਸੈਂਕੜੇ ਹੀ ਜੀਸਸ ਕ੍ਰਾਈਸਟ ਆਪਣੇ ਧਰਮ ਦੀ ਖਾਤਰ ਸੂਲੀ ਚੜ੍ਹ ਰਹੇ ਸਨ। 10 ਲੱਖ ਦੇ ਕਰੀਬ ਸਾਡੀ ਕੁਰਬਾਨੀ ਹੈ ਜੇ ਗੁਰੂ ਅਰਜਨ ਸਾਹਿਬ ਤੋਂ ਗਿਣੀਏ ਤੇ। ਉਹਨਾਂ ਦਾ ਇੱਕ ਈਸਾ ਸ਼ਹੀਦ ਹੈ। ਔਰ ਮੈਂ ਇਹ ਵੀ ਕਹਿ ਦੇਵਾਂ, ਉਹ ਭੱਜੇ ਜਾਂਦੇ ਪੈਸੇ ਵੇਖ ਕੇ, ਅਸੀਂ ਕ੍ਰਿਸਚਨ ਬਣਨ ਲੱਗੇ ਹਾਂ। ਅਖੇ ਉਹ ਦੁੱਖ ਕੱਟਦਾ ਹੈ। ਜਿੱਦਣ ਚੜ੍ਹਿਆ ਨਾ ਉਹ ਸੂਲੀ ਤੇ, ਦੂਸਰੇ ਧਰਮ ਦੀ ਜਦੋਂ ਬਾਤ ਪਾਉਣੀ ਹੋਵੇ ਅਲਫਾਜ਼ ਬੜੇ ਕਾਬੂ ਵਿੱਚ ਰੱਖਣੇ ਪੈਂਦੇ ਨੇ। ਉਹ ਬੜੀ ਛੇਤੀ 295 ਧਾਰਾ ਲਵਾਉਂਦੇ ਨੇ। ਤੋ ਪਰ ਮੈਂ ਉਹ ਸੁਣਾਵਾਂਗਾ ਜੋ ਬਾਈਬਲ 'ਚ ਲਿਖਿਆ, ਤਾਂ ਮੈਂ ਉਹਨਾਂ ਨੂੰ ਵੈਸੇ ਕਹਿ ਦਿੰਦਾ ਹੁੰਦਾ ਵੀ ਲੈ ਆਇਓ, ਜਿਹੜੀ ਧਾਰਾ ਲਵਾਉਣੀ ਹੈ ਬਾਈਬਲ ਨਾਲ ਲੈ ਕੇ ਆਊਂਗਾ ਮੈਂ। ਉਹ ਧਾਰਾ ਫਿਰ ਉਧਰ ਵੀ ਚੱਲੇਗੀ, ਕਿਉਂਕਿ ਮੈਂ ਤਾਂ ਸਾਖੀ ਬਣਾਈ ਨਹੀਂ। ਮਾਊਂਟ ਆਫ ਓਲਿਵਸ ਦੇ ਉੱਤੇ ਟੰਗੇ ਹੋਏ ਨੇ ਸਲੀਬ ਤੇ, ਹੱਥਾਂ ਵਿੱਚ ਕਿੱਲ ਖੁੱਵੇ ਨੇ। ਦਰਦ ਐਸੀ ਉੱਠੀ ਗਲੂਏ ਚੋਂ ਬੋਲ ਨਿਕਲੇ, ਓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਪੇਨ ਅਵੇ ਫਰੋਮ ਮੀ। ਇਹ ਦਰਦ ਦਾ ਪਿਆਲਾ ਦੂਰ ਕਰ ਮੇਥੋਂ, ਦਰਦ ਨਹੀਂ ਚੱਲਿਆ ਜਾ ਰਿਹਾ। ਤੇ ਇੱਥੇ ਨਾਬਾਲਗ ਬੱਚਾ ਕਹਿ ਰਿਹਾ ਹੈ ਮੇਰੀ ਮਾਈ ਝੂਠ ਮਾਰਦੀ ਹੈ, ਮੈਂ ਸਿਰ ਦੇਣਾ ਹੈ, ਮੈਂ ਸਿੱਖ ਹਾਂ। ਇੱਥੇ ਸੈਂਕੜੇ ਜੀਸਸ ਰੋਜ਼ ਸ਼ਹੀਦ ਹੋ ਰਹੇ ਨੇ। ਉਹ ਪਤਾ ਕੀ ਆਂਦੇ ਗੋਰੇ, ਜੀਸਸ ਇਜ਼ ਦਾ ਸਨ ਆਫ ਲਾਰਡ। ਆਪਾਂ ਮੰਨ ਲਿਆ ਸਾਡੇ ਨੂੰ ਵੱਡੇ ਨੇ, ਰੱਬ ਦੇ ਕਾਕੇ ਨੇ। ਰੱਬ ਪਤਾ ਕੌਣ ਹੈ? ਗੁਰੂ ਅਰਜਨ ਪ੍ਰਤੱਖ ਹਰ। ਉਧਰ ਸਲੀਬ ਤੇ ਚੜੇ, ਕਹਿੰਦੇ ਦਰਦ ਹੋ ਰਹੀ ਹੈ ਜੀਸਸ ਜੀ। ਇੱਧਰ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਕਹਿ ਰਹੇ ਨੇ ਤੇਰਾ ਕੀਆ ਮੀਠਾ ਲੱਗੇ। ਤੇ ਜਿਹੜਾ ਦਰਦ ਤੋਂ ਰਹਿਤ ਹੈ ਫਿਰ ਸ਼ਰਨ ਉਹਦੀ ਜਾਇਆ ਦਰਦ ਮਿਟਦਾ ਹੈ, ਨਾ ਕਿ ਜਿਹੜਾ ਦਰਦ ਵਿੱਚ ਹੈ। ਪਰ ਗੱਲ ਤੇ ਸਿੱਕਿਆਂ ਦੇ ਖੜਕੇ ਦੀ ਹੈ। ਇਹਨਾਂ ਕੋਲ ਪੈਸਾ ਬੜਾ ਵੈਸਟਰਨ ਕੰਟਰੀਜ਼ ਕੋਲ, ਸਾਡੇ ਲੋਕ ਵਿਕਣ ਲੱਗ ਜਾਂਦੇ ਨੇ ਝੱਟ। ਤਾਂ ਮੈਂ ਤੇ 99% ਪ੍ਰਚਾਰਕ ਵੀ ਵਿਕੇ ਹੀ ਸਮਝਦਾ। ਕਦੇ ਸਾਈਆਂ ਬਾਰੇ ਇੱਕ ਗੱਲ ਨਹੀਂ ਸਟੇਜ ਤੋਂ ਬੋਲਦੇ। ਜਿਉਣ ਲੱਗਦੇ ਨੇ ਏਜੰਸੀਆਂ ਨੇ ਢਾਲਿਆ, ਏਜੰਸੀਆਂ ਨੇ ਢਾਲਿਆ। ਮੈਨੂੰ ਤੇ ਕੋਈ ਏਜੰਸੀ ਹਜੇ ਤੱਕ ਅੱਖੀਂ ਨਹੀਂ ਵੇਖਿਆ ਮੈਂ ਕਿਸੇ ਸਿੱਖ ਨੂੰ ਜੰਜੂ ਪਵਾ ਸਕਿਆ ਹੋਵੇ ਕੋਈ। ਪਰ ਮੈਂ ਫਿਰ ਕਹਿ ਦੇਵਾਂ, ਮੁਸਲਮਾਨਾਂ ਨੇ ਸਾਡੇ ਸੈਂਕੜੇ ਸਿੱਖ ਮੁਸਲਮਾਨ ਬਣਾ ਲਏ ਨੇ ਪਾਕਿਸਤਾਨ 'ਚ। ਅਫਗਾਨਿਸਤਾਨ 1.5 ਲੱਖ ਚੋਂ 150 ਬੰਦਾ ਰਹਿ ਗਿਆ ਸਾਡਾ। 40,000 ਟੱਬਰ ਚੋਂ 9,000 ਬੰਦਾ ਸਾਡਾ ਰਹਿ ਗਿਆ ਪਾਕਿਸਤਾਨ। ਇੱਥੇ ਸਾਨੂੰ ਈਸਾਈ ਲੈ ਕੇ ਬਹਿ ਚੱਲੇ ਨੇ ਪੰਜਾਬ ਦੇ ਵਿੱਚ, ਤੇ ਅਸੀਂ ਏਜੰਸੀਆਂ ਦੇ ਨਾਅਰੇ ਲਾਈ ਜਾਂਦੇ ਹਾਂ। ਮੈਂ ਦੁਹਰਾ ਦੇਵਾਂ, ਸਿੱਖੀ ਦੇ ਦੀਵੇ ਨੂੰ ਖਤਰਾ ਹਰ ਤਰਫੋਂ ਹੈ। ਜੇ ਏਜੰਸੀਆਂ ਦਾ ਖਿਆਲ ਰੱਖਦਾ ਹੈ ਤੇ ਈਸਾਈਆਂ ਵੱਲ ਵੀ ਧਿਆਨ ਦਿਆ ਕਰੋ, ਥੋੜ੍ਹਾ ਸੰਗਤ ਨੂੰ ਸੁਚੇਤ ਕਰਿਆ ਕਰੋ। ਸਿੱਖੀ ਦਾਨੀਆਂ ਦੀ ਹੈ, ਦਾਤਾਰ ਲੋਕਾਂ ਦੀ ਹੈ, ਮੰਗਤਿਆਂ ਦੀ ਨਹੀਂ। ਅਸੀਂ ਮੰਗਤੇ ਬਣੇ ਬੈਠੇ ਹਾਂ।
ਕੋਈ ਬੱਚਿਆਂ ਦੀ ਫੀਸ ਤੇ ਡਿੱਗ ਪੈਂਦਾ ਹੈ, ਰੰਚਕ ਮਾਤਰ ਪੈਸੇ ਤੇ ਡਿੱਗ ਪੈਂਦਾ ਹੈ, ਧਰਮ ਛੱਡ ਦਿੰਦਾ ਹੈ। ਇੱਥੇ ਤੇ ਐਸੀ ਭਾਵਨਾ ਹੈ ਸਿੱਖੀ ਦੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਬੰਦ ਬੰਦ ਕੱਟਿਆ ਜਾਵੇ, ਸਿੱਖੀ ਨਹੀਂ ਛੱਡੀ। ਦਿਨ ਉਹਨਾਂ ਦੇ ਮਨਾਏ ਜਾਂਦੇ ਨੇ, ਵਿਕਾਊ ਮਾਲ ਦੇ ਦਿਨ ਨਹੀਂ ਕੋਈ ਮਨਾਉਂਦਾ ਹੁੰਦਾ। ਜਿਹੜੇ ਵਿਕ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ। ਅੱਜ 4 ਟਕਿਆਂ ਤੇ ਵਿਕੇ ਨੇ, ਕੱਲ ਨੂੰ 8 ਤੇ ਡਿੱਗ ਪੈਣਗੇ। ਕੋਈ ਦੀਨ ਧਰਮ ਥੋੜ੍ਹੀ ਹੈ ਇਹਨਾਂ ਲੋਕਾਂ ਦਾ। ਸੁਚੇਤ ਹੋਈਏ। ਸਭ ਤੋਂ ਵੱਡਾ ਖਤਰਾ ਅੱਜ ਕ੍ਰਿਸਚੈਨਿਟੀ ਪੈਦਾ ਕਰ ਰਹੀ ਹੈ ਸਾਨੂੰ। ਉਹ ਲਾਰੈਂਸ ਹੈਨਰੀ ਕਹਿੰਦਾ ਹੈ, ਇੱਕ ਨਹੀਂ ਸੈਂਕੜੇ ਯੀਸੂ ਮੈਂ ਸ਼ਹੀਦ ਹੁੰਦੇ ਵੇਖੇ ਉੱਥੇ ਦਿੱਲੀ। ਐਸੀ ਸਿੱਖਾਂ ਦੀ ਅਜ਼ਮਤ ਹੈ। ਇਹਨੂੰ ਕਹਿੰਦੇ ਨੇ ਜੋ ਸੂਰਾ ਤਿਸ ਹੀ ਹੋਏ, ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ। ਸੂਰਿਆਂ ਦਾ ਕਰਮ ਹੈ ਕੱਟੇ ਜਾਣਾ। ਜਿਹੜਾ ਪਿੱਠ ਦਵੇ ਧਰਮ ਨੂੰ, ਉਹ ਜੂਨਾਂ ਵਿੱਚ ਭੜਕਦਾ ਹੈ। ਜੂਨ ਚੜ੍ਹੀ 1716 ਦੀ, ਬਾਬਾ ਬੰਦਾ ਸਿੰਘ ਬਹਾਦਰ ਤੇ ਮੁਖੀਏ ਸਿੱਖਾਂ ਨੂੰ ਕੁਤਬ ਮੀਨਾਰ ਦੇ ਪਾਸ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਲਿਜਾਇਆ ਗਿਆ ਹੈ। ਹੁਣ ਤੁਸੀਂ ਸੋਚੋਗੇ ਵੀ ਬਾਕੀ ਸਿੰਘ ਕੋਤਵਾਲੀ ਸ਼ਹੀਦ ਕੀਤੇ ਨੇ ਤੇ ਇੱਥੇ ਬਖਤਿਆਰ ਕਾਕੀ ਦੀ ਦਰਗਾਹ ਕੋਲ ਕਿਉਂ ਲਿਆਂਦਾ ਗਿਆ ਇਹਨਾਂ ਨੂੰ, ਕੁਤਬ ਮੀਨਾਰ ਦੇ ਕੋਲ? ਉਹਦਾ ਇੱਕ ਕਾਰਨ ਹੈ। ਜਿਹੜਾ ਸ਼ਾਹੀ ਕਾਜੀ ਹੈ ਨਾ, ਉਹਦੇ ਖਿਆਲਾਤ ਸਨ ਵੀ ਬਹਾਦਰ ਸ਼ਾਹ ਦੀ ਮੌਤ ਬਾਬਾ ਬੰਦਾ ਸਿੰਘ ਬਹਾਦਰ ਦੇ ਸਹਿਮ ਕਰਕੇ ਹੋਈ ਹੈ, ਡਰ ਕਰਕੇ, ਡਿਪਰੈਸਡ ਹੋ ਕੇ ਮਰਿਆ ਹੈ। ਤੋ ਉਹਦੀ ਜਿਹੜੀ ਕਬਰ ਹੈ ਬਖਤਿਆਰ ਕਾਕੀ ਦੇ ਕਰੀਬ ਹੈ। ਤੋ ਉਹਦੀ ਕਬਰ ਦੇ ਪਾਸ ਇਹਦਾ ਅੰਤ ਕੀਤਾ ਜਾਵੇ ਬੰਦਾ ਸਿੰਘ ਬਹਾਦਰ ਦਾ, ਤਾਂ ਕਿ ਸਕੂਨ ਮਿਲੇ ਰੂਹ ਨੂੰ ਬਹਾਦਰ ਸ਼ਾਹ ਦੀ ਨੂੰ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਉਸ ਜਗ੍ਹਾ ਲਿਜਾਇਆ ਗਿਆ। ਨਾਲ ਮੁਖੀਏ ਸਿੰਘ ਨੇ, ਬਾਬਾ ਬਾਜ ਸਿੰਘ ਹੁਣਾਂ ਵਰਗੇ। ਦੇਖੋ, ਜਿਹੜਾ ਪਾਪੀ ਹੁੰਦਾ ਨਾ, ਪਾਪੀ ਕੋ ਲਾਗਾ ਸੰਤਾਪ। ਪਾਪੀ ਬੰਦਾ ਸੰਤਾਪ ਨਾਲ ਹੀ ਮਰਦਾ ਹੈ, ਉਹਦੇ ਪਾਪ ਕੰਬਦੇ ਨੇ। A sinner is now suffering in despair। ਪਾਪੀ ਨੂੰ ਪਾਪ ਨਹੀਂ ਜਿਉਣ ਦਿੰਦੇ। ਤੁਸੀਂ ਕਦੇ ਧਿਆਨ ਦਿਓ, ਕਿਤੇ ਗੁੱਸੇ 'ਚ ਕਿਸੇ ਨੂੰ ਆਪਾਂ ਹੀ ਬੁਰਾ ਭਲਾ ਬੋਲੀਏ ਨਾ, ਤੇ ਬਾਅਦ 'ਚ ਪਛਤਾਪ ਹੁੰਦਾ ਰਹਿੰਦਾ ਵੀ ਕਿਉਂ ਇੱਦਾਂ ਕਹਿਣਾ ਸੀ। ਗੁੱਸੇ ਵਿੱਚ ਕਿਸੇ ਦੇ ਚਪੇੜ ਵੱਜ ਜਾਵੇ ਤੇ ਬੰਦਾ 2-4 ਦਿਨ ਪਛਤਾਉਂਦਾ ਰਹਿੰਦਾ ਵੀ ਗੁਨਾਹ ਹੋ ਗਿਆ। ਤੇ ਜਿਨ੍ਹਾਂ ਨੇ ਦਿਨ ਰਾਤ ਕਤਲੋ ਗੈਰਤ ਕੀਤੀ ਹੈ, ਕਿਤੇ ਅੱਖ ਸੌਖੀ ਲੱਗਦੀ ਉਹਨਾਂ ਦੀ? ਨਹੀਂ। ਖੈਰ, ਮਰਿਆ ਤੇ ਪਾਪ ਕਮਾ ਕੇ ਸੀ ਬਹਾਦਰ ਸ਼ਾਹ। ਸਹਿਮ ਬੰਦਾ ਸਿੰਘ ਬਹਾਦਰ ਦਾ ਹੋਣਾ ਹੀ ਸੀ, ਕਿਉਂਕਿ ਇਹਨਾਂ ਦੇ ਤਖਤ ਨੂੰ ਪੁੱਟ ਕੇ ਸੁੱਟਣ ਲੱਗਾ ਸੀ ਉਹ। ਹੁਣ ਫਰਕਸੀਅਰ ਨੇ ਉੱਥੇ ਪੁੱਛਣਾ ਕੀਤਾ ਹੈ, ਇਹ ਤੁਹਾਡੇ ਵਿੱਚੋਂ ਬਾਜ ਸਿੰਘ ਕੌਣ ਹੈ? ਸੁਣਿਆ ਹੈ ਬੜਾ ਅਜ਼ਮਤੀ ਹੈ, ਬੜਾ ਤਾਕਤਵਰ ਹੈ, ਬੜਾ ਦਲੇਰ ਹੈ। ਅੱਜ ਦਲੇਰੀ ਕਿੱਥੇ ਹੈ? ਤੋ ਇੱਕ ਸਿੰਘ ਬੋਲਿਆ, ਮੇਰਾ ਨਾਮ ਬਾਜ ਸਿੰਘ ਹੈ। ਦਲੇਰੀ ਵੇਖਣੀ ਹੈ। ਆਹ ਹੱਥਾਂ ਵਿੱਚ ਬੇੜੀਆਂ ਨੇ, ਪੈਰਾਂ ਵਿੱਚ ਬੇੜੀਆਂ ਨੇ, ਇਹ ਖੋਲ ਤੇ ਤੈਨੂੰ ਮੈਂ ਆਪਣੀ ਅਜ਼ਮਤ ਵਿਖਾਉਂਦਾ ਹਾਂ। ਹੁਣ ਹੰਕਾਰਿਆ ਬੰਦਾ ਫਰਕਸੀਅਰ ਵੀ 1200-1300 ਅੰਗ ਰੱਖਿਆ ਕਿ ਮੇਰੇ ਕੋਲ 26,000 ਫੌਜ ਦਾ ਮੈਂ ਆਗੂ ਹਾਂ, ਦਿੱਲੀ ਦਾ ਪੱਤ ਮੈਂ ਹਾਂ, ਇੰਨੀ ਫੌਜ ਹਾਜ਼ਰੀਨ ਹੈ ਮੇਰੇ ਕੋਲ, ਇਹ ਮੇਰਾ ਕੀ ਵਿਗਾੜੇਗਾ? ਉਹ ਕਹਿੰਦੇ ਇਹਦਾ ਹੱਥ ਇੱਕ ਕੱਢ ਦਿਓ ਹੱਥ ਘੜੀ ਚੋਂ ਬਾਹਰ, ਕੀ ਕਰ ਲਵੇਗਾ? ਕਹਿੰਦੇ ਜਦੋਂ ਹੱਥ ਘੜੀ ਚੋਂ ਨਿਕਲਿਆ ਤੇ ਜਿਸਨੇ ਹੱਥ ਘੜੀ ਖੋਲੀ, ਰੰਚਕ ਮਾਤਰ ਸਮੇਂ ਵਿੱਚ ਝਪਟ ਮਾਰ ਕੇ ਸਿਪਾਹੀ ਦੀ ਤਲਵਾਰ ਫੜ ਲਈ ਬਾਜ ਸਿੰਘ ਨੇ। ਸਿਰ ਧੜ ਤੇ ਨਾ ਰਿਹਾ। 12-13 ਅੰਗ ਰੱਖਿਅਕ ਕਤਲ ਕਰਕੇ ਜਦੋਂ ਤਖਤ ਵੱਲ ਨੂੰ ਵਧਿਆ ਤੇ ਫਰਕਸੀਅਰ ਪਛਾਂ ਨੂੰ ਦੌੜ ਉੱਠਿਆ ਤਖਤ ਛੱਡ ਕੇ। ਤੋ ਉਹਨੇ ਸਮੇਂ ਵਿੱਚ ਦੂਜਿਆਂ ਸਿਪਾਹੀਆਂ ਆ ਕੇ ਕਾਬੂ ਵਿੱਚ ਕੀਤਾ ਬਾਜ ਸਿੰਘ ਨੂੰ। ਫਿਰ ਲਾਲਚ ਦੀਨੇ ਇਸਲਾਮ ਵਿੱਚ ਆ ਜਾਓ, ਕੋਈ ਨਹੀਂ ਡੋਲਿਆ। ਦੇਖੋ, ਬਾਣੀ ਦਾ ਫੁਰਮਾਨ ਹੈ, ਬੰਦੇ ਦੀ ਔਕਾਤ ਇੰਨੀ ਕਿੱਥੇ ਹੈ ਵੀ ਲੱਖਾਂ ਨਾਲ ਲੜ ਜਾਵੇ। ਗੁਰ ਕੈ ਤਕੀਐ ਸਾਚੈ ਤਾਣ। ਇਹ ਗੁਰੂ ਦਾ ਤਾਣ ਹੁੰਦਾ ਹੈ, ਜਿਹੜਾ ਬਚਿੱਤਰ ਸਿੰਘ ਵਰਗੇ ਆਮ ਸਿੱਖ ਕੋਲੋਂ ਹੱਥ ਹੀ ਟਵਾ ਲੈਂਦਾ ਹੈ। ਇਹ ਗੁਰੂ ਦੀ ਅਜ਼ਮਤ ਹੈ।
ਇੱਕ ਵੈਰਾਗੀ ਸਾਧ ਨੂੰ ਗਾਂਡੀਵ ਸੂਰਾ ਬੰਦਾ ਸਿੰਘ ਬਹਾਦਰ ਬਣਾ ਦਿੰਦਾ ਹੈ। ਇਹ ਗੁਰੂ ਦੇ ਥਾਪੜੇ ਦੀ ਤਾਕਤ ਹੈ। ਖੈਰ, ਜਰਨੈਲਾਂ ਦੀ ਸ਼ਹਾਦਤ ਸ਼ੁਰੂ ਹੋਈ। ਬਾਜ ਸਿੰਘ ਦੀ ਸ਼ਹੀਦੀ ਹੋਈ, ਫਤਿਹ ਸਿੰਘ ਦੀ ਸ਼ਹੀਦੀ ਹੋਈ, ਆਲੀ ਸਿੰਘ ਦੀ ਸ਼ਹੀਦੀ ਹੋਈ, ਵਿਨੋਦ ਸਿੰਘ ਦੀ ਸ਼ਹੀਦੀ ਹੋਈ। ਅੱਖਾਂ ਦੇ ਸਾਵੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਰਨੈਲਾਂ ਦੀ ਸ਼ਹਾਦਤ ਹੁੰਦੀ ਗਈ ਨਾ, ਵੀ ਇਹ ਡਰ ਜਾਵੇਗਾ, ਉਹਨਾਂ ਦੇ ਸਿਰ ਘੇਰੇ ਘੇਰੇ ਨੇਜਿਆਂ ਤੇ ਟੰਗੇ ਗਏ, ਇਹ ਸਹਿਮ ਜਾਵੇਗਾ, ਅੱਖਾਂ ਮੀਟ ਲਈਆਂ। ਤੇ ਫਰਕਸੀਅਰ ਨੇ ਵੰਗਾਰਿਆ, ਇਹ ਕੀ ਗੱਲ ਹੈ, ਅੱਜ ਆਪਣੇ ਮੋਏ ਨੇ ਅੱਖਾਂ ਮੀਟ ਗਿਆ ਹੈ। ਦੇਖਿਆ ਨਹੀਂ ਜਾ ਰਿਹਾ ਦ੍ਰਿਸ਼, ਬੰਦਾ ਸਿੰਘ ਡਰ ਗਿਆ ਹੈ। ਬੰਦਾ ਸਿੰਘ ਬਹਾਦਰ ਦੇ ਬੋਲ ਸਨ, ਮੈਂ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਅੱਗੇ ਅਰਦਾਸ ਕਰ ਰਿਹਾ ਹਾਂ ਵੀ ਮੇਥੋਂ ਛੋਟੇ ਜਰਨੈਲ ਸਨ ਤੇ ਮੈਨੂੰ ਤੂੰ ਬਣਾਇਆ ਸੀ ਆਗੂ। ਐ ਗੁਰੂ ਗੋਬਿੰਦ ਸਿੰਘ, ਸ਼ਹੀਦ ਸਿੱਧੀ ਤੇਰੀ ਗੋਦ ਮੱਲਦੇ ਨੇ ਤੇ ਮੇਥੋਂ ਪਹਿਲਾਂ ਇਹ ਤੇਰੀ ਗੋਦ ਵਿੱਚ ਬਹਿ ਗਏ, ਮੇਰੇ ਕੀ ਕਰਮ ਮਾੜੇ ਨੇ, ਮੈਨੂੰ ਹਜੇ ਤੱਕ ਸ਼ਹੀਦੀ ਨਹੀਂ ਆਈ। ਫਰਕਸੀਅਰ ਕਹਿੰਦਾ, ਤੇਰੀ ਇਸੇ ਜ਼ੁਬਾਨ ਨੇ ਬੰਦਿਆ ਤੇਰਾ ਖੁਰਾ ਖੋਜ ਮਿਟਾਉਣਾ ਹੈ, ਹਜੇ ਵੀ ਚੜ੍ਹਦੀ ਕਲਾ ਦੀਆਂ ਬਾਤਾਂ। ਬਾਣੀ ਦਾ ਫੁਰਮਾਨ ਹੈ, ਗੁਰਮੁਖ ਦਰਗਹਿ ਮੰਨੀਐ ਹਰ ਆਪ ਲਏ ਗਲ ਲਾਏ। ਗੁਰੂ ਦਰਗਾਹ ਵਿੱਚ ਜਗ੍ਹਾ ਦਿੰਦਾ ਹੈ ਆਪਣੇ ਪਿਆਰਿਆਂ ਨੂੰ, ਗੋਦ ਮਿਲਦੀ ਹੈ ਸ਼ਹੀਦਾਂ ਸੰਤਾਂ ਨੂੰ ਉਹਦੀ। ਕਹਿੰਦੇ ਤੂੰ ਇੱਦਾਂ ਨਹੀਂ ਡਰੇਂਗਾ। ਬੀਬੀ ਸੁਸ਼ੀਲ ਕੌਰ ਕੋਲੋਂ ਫਰਜ਼ੰਦ ਖੋ ਕੇ ਲੈ ਆਂਦਾ ਗਿਆ ਅਜੈ ਸਿੰਘ, ਐਵੇਂ 3-4 ਸਾਲਾਂ ਦੀ ਉਮਰ ਹੈ। ਝੋਲੀ ਵਿੱਚ ਬਿਠਾਇਆ ਬੰਦਾ ਸਿੰਘ ਦੇ, ਆਖਣ ਲੱਗਾ ਹੈ ਫਰਕਸੀਅਰ, ਇਹਦਾ ਕਤਲ ਕਰ, ਤੇਰੀ ਜਾਨ ਬਚ ਸਕਦੀ ਹੈ। ਕਹਿੰਦੇ ਦੇਖ ਫਰਕਸੀਅਰ, ਸ਼ਸਤਰ ਲੈ ਕੇ ਇਸਤਰੀ ਤੇ ਮਜ਼ਲੂਮ ਤੇ ਵਾਰ ਖਾਲਸਾ ਨਹੀਂ ਕਰਦਾ। ਜੇ ਅਜੈ ਸਿੰਘ ਦੀ ਜਗ੍ਹਾ ਦੁਸ਼ਮਣ ਦਾ ਪੁੱਤਰ ਤੇਰਾ ਫਰਜ਼ੰਦ ਮੇਰੀ ਗੋਦ ਵਿੱਚ ਨਾਬਾਲਗ ਆ ਕੇ ਬਹਿ ਜਾਂਦਾ ਤੇ ਕਤਲ ਮੈਂ ਉਹਦਾ ਵੀ ਨਹੀਂ ਸੀ ਕਰਨਾ। ਇਹ ਸਿਧਾਂਤ ਹੈ ਸਾਡਾ। ਕਹਿੰਦੇ ਜਲਾਦ ਨੇ ਫਿਰ ਛੁਰਿਆਂ ਦੇ ਨਾਲ ਅਜੈ ਸਿੰਘ ਦਾ ਸੀਨਾ ਚੀਰਿਆ। ਇਹ ਕਾਹਦੇ ਧਰਮੀ ਹੋਣਗੇ, ਤੁਸੀਂ ਆਪ ਸਿਆਣੇ ਹੋ, ਕੀ ਇਸਲਾਮ ਨੂੰ ਪ੍ਰਗਟ ਕਰ ਰਹੇ ਨੇ। ਰੱਬ ਦੇ ਬਣਾਏ ਬਗੀਚੇ ਨੂੰ ਉਜਾੜਨ ਵਾਲੇ ਧਰਮੀ ਨਹੀਂ ਹੁੰਦੇ। ਇਹ ਸਾਰੀ ਵਨਸਪਤੀ, ਇਹ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਭ ਫੁਲਵਾੜੀਆਂ ਨੇ, ਤੋ ਰੱਬ ਨੂੰ ਭਾਉਂਦੇ ਨੇ, ਪੈਦਾ ਹੋਏ ਨੇ। ਜੇ ਆਪਾਂ ਹੀ ਕੱਲ ਨੂੰ ਸਿੱਖ ਆਖੀਏ ਸਾਰਿਆਂ ਨੂੰ ਖਤਮ ਕਰ ਦੇਵਾਂਗੇ, ਇੱਦਾਂ ਨਹੀਂ। ਜੇ ਨਾ ਕਦੇ ਹੋਇਆ ਤੇ ਨਾ ਕਦੇ ਹੋ ਸਕਦਾ ਹੈ। ਫੁਲਵਾੜੀ ਇਹ ਗੁਲਦਸਤੇ ਰੰਗ ਬਰੰਗੇ ਟਹਿਕਦੇ ਮਹਿਕਦੇ ਨੇ, ਇੱਕ ਤਰ੍ਹਾਂ ਦੇ ਫੁੱਲ ਨਹੀਂ ਸੋਹਣੇ ਲੱਗਦੇ। ਇੱਦਾਂ ਚੱਲਦਾ ਆਇਆ ਹੈ ਦੁਨੀਆ ਤੇ। ਪਰ ਇਹ ਜਿਹੜੇ ਪ੍ਰਮਾਤਮਾ ਦੇ ਬਗੀਚੇ ਨੂੰ ਉਜਾੜ ਰਹੇ ਨੇ, ਇਹ ਪਾਪੀ ਨੇ, ਇਹ ਧਰਮੀ ਨਹੀਂ। ਵਾਧੂ ਦੇ ਲਿਬਾਸ ਪਾਏ ਨੇ ਇਸਲਾਮ ਵਾਲੇ। ਇੱਥੇ ਹੀ ਬਸ ਨਹੀਂ, ਉਹਦਾ ਧੜਕਦਾ ਹੋਇਆ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਰੱਖ ਦਿੱਤਾ। ਬੰਦਾ ਸਿੰਘ ਦੀਆਂ ਅੱਖਾਂ ਬੰਦ ਹੋ ਗਈਆਂ। ਆਂਦੇ ਵੈਰਾਗ 'ਚ ਮੋਤੀ ਡਿੱਗਿਆ। ਫਰਕਸੀਅਰ ਕਹਿੰਦਾ, ਗੈਰਾਂ ਦੇ ਬੱਚੇ ਮਾਰਨੇ ਸੌਖੇ ਨੇ ਬੰਦਿਆ, ਮੈਦਾਨੇ ਜੰਗ ਵਿੱਚ ਆਪਣਾ ਮੋਇਆ ਤੇ ਕੀ ਹੋ ਗਿਆ, ਰੋ ਉੱਠਿਆ। ਕਹਿੰਦਾ ਨਹੀਂ, ਖੁਸ਼ੀ ਦੇ ਹੰਝੂ ਨੇ। ਵੱਡੇ ਭਾਗ ਮੇਰੇ ਫਰਜ਼ੰਦ ਦੇ ਮੇਥੋਂ ਪਹਿਲਾਂ ਪ੍ਰਵਾਨ ਹੋਇਆ, ਇਹਦੀ ਬਹੁਤੀ ਭਗਤੀ ਹੈ, ਗੁਰੂ ਗੋਬਿੰਦ ਸਿੰਘ ਦੀ ਗੋਦ ਮੱਲ ਗਿਆ ਹੈ। ਤੇਰਾ ਸ਼ੁਕਰੀਆ ਅਦਾ ਕਰਦਾ ਹੈ, ਸ਼ਹੀਦ ਕੀਤਾ ਹੀ ਲਾਲ ਨੂੰ, ਜੇ ਵੱਡਾ ਹੋ ਜਾਂਦਾ। ਕਿਧਰੇ ਤੁਹਾਡੇ ਦਿੱਤੇ ਮੁਗਲਾਂ ਦੇ ਲਾਲਚ ਤੇ ਡੋਲ ਕੇ ਸਿੱਖੀ ਛੱਡ ਜਾਂਦਾ, ਦਗਾ ਦੇ ਜਾਂਦਾ ਸਿੱਖੀ ਨੂੰ, ਕਿਹਨੂੰ ਮੂੰਹ ਦਿਖਾਉਂਦਾ। ਵੱਡੇ ਭਾਗ ਸ਼ਹਾਦਤ ਦੀ ਅਵਧੀ ਮਾਣੀ, ਕਿਉਂਕਿ ਜਿਹੜਾ ਸ਼ਹੀਦ ਹੁੰਦਾ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ। ਉਹਨੂੰ ਗੁਰੂ ਅਰਜਨ ਦੀ ਗੋਦ ਮਿਲਦੀ ਹੈ। ਰਹੀ ਇਸ ਦੁੱਖਾਂ ਭਰੀ ਘੜੀ ਦੀ ਬਾਤ, ਜੋ ਤੁਧ ਭਾਵੈ ਸੋ ਪਰਵਾਨ, ਤੇਰੇ ਭਾਣੇ ਨੂੰ ਕੁਰਬਾਨ। ਸਿੱਖ ਦਾ ਇਹ ਸੁਭਾਅ ਹੈ, ਅਕਾਲ ਪੁਰਖ ਦੇ ਭਾਣੇ ਵਿੱਚ ਆਨੰਦ ਹੀ ਮਾਣਦਾ ਹੈ। ਇਹ ਬੱਚਾ ਪੁੱਛ ਕੇ ਨਹੀਂ ਪ੍ਰਮਾਤਮਾ ਨੇ ਮੈਨੂੰ ਦਿੱਤਾ, ਤਾਂ ਪੁੱਛ ਕੇ ਲਿਜਾਵੇਗਾ ਨਹੀਂ। ਪੁੱਛ ਨਾ ਸਾਜੇ ਪੁੱਛ ਨਾ ਤਾਹੇ, ਇਹ ਉਹਦੀ ਮਰਜ਼ੀ ਹੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸੈ ਸਿਉ ਕੀਜੈ। ਪਰਿਵਾਰ ਤੇ ਸਾਨੂੰ ਤਾਂ ਮਿਲਿਆ ਇਹ ਸਮਾਂ ਸੁਖਾਲਾ ਲੰਘੇ। ਪਰਿਵਾਰ ਸਾਨੂੰ ਪੁੱਛ ਕੇ ਨਹੀਂ ਦਿੱਤਾ, ਲਿਜਾਣ ਲੱਗਾ ਵੀ ਪੁੱਛ ਕੇ ਨਹੀਂ ਲਿਜਾਵੇਗਾ, ਇਹ ਉਹਦੀ ਆਪਣੀ ਮਰਜ਼ੀ ਹੈ। ਕਹਿੰਦੇ ਉੱਥੇ ਫਰਕਸੀਅਰ ਜ਼ਕਰੀਆ ਖਾਨ ਗਰਜੇ ਨੇ, ਹੁਣ ਬੰਦਿਆ ਤੈਨੂੰ ਮੌਤ ਕਿੱਦਾਂ ਦੀ ਚਾਹੀਦੀ ਹੈ। ਤੋ ਬੰਦਾ ਸਿੰਘ ਬਹਾਦਰ ਦੇ ਬੋਲ ਸਨ, ਮੇਰਾ
ਸਬਰ ਪਰਖਣਾ ਹੈ ਤੇ ਆਪਣੇ ਜ਼ੁਲਮ ਦੀ ਹੱਦ ਮੁਕਾ ਲਓ ਮੇਰੇ ਤੇ। ਬੰਦਾ ਨਹੀਂ ਡੋਲੇਗਾ ਤੋ ਫਰਕਸੀਅਰ ਐਸੀ ਮੌਤ ਮੈਨੂੰ ਮਾਰ ਜੈਸੀ ਮੌਤ ਤੈਨੂੰ ਚਾਹੀਦੀ ਹੈ। ਇਹ ਉਹਦੇ ਬੋਲ ਸਨ। ਫਰਕਸੀਅਰ ਵੀ ਇਦਾਂ ਹੀ ਮੋਇਆ ਸੀ। ਖੈਰ, ਕਹਿੰਦੇ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਗਈਆਂ, ਜਮੂਰਾਂ ਦੇ ਨਾਲ, ਤਪਦੇ ਹੋਏ ਨਸੂਰਾਂ ਦੇ ਨਾਲ ਮਾਸ ਨੋਚਿਆ ਗਿਆ, ਹੱਥ ਕੱਟੇ ਗਏ, ਪੈਰ ਕੱਟ ਦਿੱਤੇ ਗਏ, ਗਲੂਏ ਚੋਂ ਸੀ ਦੀ ਜਗ੍ਹਾ ਸੁਖਮਣੀ ਨਿਕਲ ਰਹੀ ਸੀ। ਇਹਨੂੰ ਬਾਣੀ ਕਹਿੰਦੀ ਹੈ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਦਰਦ ਨਹੀਂ ਹੁੰਦਾ। ਨਾਮ ਦਾ ਨਸ਼ਾ ਦਵਾਈ ਵਰਗਾ ਹੈ, ਜਿਵੇਂ ਸਿਰ ਪੀੜ ਹੁੰਦੀ ਹੋਵੇ ਨਾ ਦੋਹਾਂ ਦੇ, ਇੱਕ ਮੈਡੀਸਨ ਲੈ ਲੈਂਦਾ, ਉਹ ਦਵਾਈ ਨੱਪ ਦਿੰਦੀ ਹੈ ਦਰਦ ਨੂੰ। ਇੱਕ ਦਰਦ ਭੋਗਦਾ ਰਹਿੰਦਾ ਜੀ, ਮਾਈਗ੍ਰੇਨ ਹੈ। ਮੈਂ ਤੁਹਾਨੂੰ ਇੱਕ ਬਚਨ ਕਹਿ ਦੇਵਾਂ, ਕਈ ਬੜੇ ਉਹ ਭੂਏ ਆਏ ਨੇ ਅੱਜ ਕੱਲ੍ਹ, ਉਹ ਏਜੰਸੀਆਂ ਦੇ ਟਕਿਆਂ ਉੱਤੇ ਜਿਹੜੇ ਬਾਪੂ ਦੀ ਗੋਦ 'ਚ ਬਹਿ ਕੇ ਖਾਂਦੇ ਨੇ, ਉਸੇ ਬਾਪੂ ਦੀ ਦਾੜੀ ਨੂੰ ਹੱਥ ਪਾਈ ਬੈਠੇ ਨੇ। ਰੱਬ ਹੈ ਨਹੀਂ, ਗੁਰੂ ਹੈ ਨਹੀਂ, ਸਿੱਖੀ ਕਰਾਮਾਤ ਕੁਝ ਨਹੀਂ। ਉਹ ਕਹਿੰਦੇ ਅਸੀਂ ਨਹੀਂ ਮੰਨਦੇ ਰੱਬ ਨੂੰ। ਜਿਹੜੇ ਰੱਬ ਨੇ ਆਖੇ ਗੁਰੂ ਅਰਜਨ ਨੂੰ ਤਤੀ ਤਵੀ ਬਾਇਆ, ਜਿਹੜੇ ਰੱਬ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ, ਇਹ ਕਾਹਦਾ ਰੱਬ ਹੋਇਆ? ਨਹੀਂ, ਤਤੀ ਤਵੀ ਤੇ ਬਹਿਣ ਵਾਲਾ ਤੇ ਪਾਣੀ ਨੂੰ ਮਿੱਠਾ ਕਹਿ ਰਿਹਾ ਸੀ, 4 ਸਾਹਿਬਜ਼ਾਦੇ ਵਾਰਨ ਵਾਲਾ ਤੇ ਕਹਿ ਰਿਹਾ ਸੀ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਮੈਂ ਇੱਕ ਗੱਲ ਤੁਹਾਨੂੰ ਕਹਿ ਦੇਵਾਂ, ਇੱਥੇ ਟਿਕਾ ਲਓ, ਬਾਣੀ ਪੜ੍ਹਨ ਵਾਲੇ ਨੂੰ ਵੀ ਦੁੱਖ ਆਉਣਾ ਹੈ। ਇਹ ਨਾ ਸਮਝਿਓ ਵੀ ਸੁਖਮਣੀ ਪੜ੍ਹਨ ਵਾਲੇ ਨੂੰ ਦੁੱਖ ਨਹੀਂ ਆਉਂਦਾ। ਤੁਸੀਂ ਆਖੋਗੇ ਫਿਰ ਫਾਇਦਾ ਕੋਈ ਨਹੀਂ ਬਾਣੀ ਪੜ੍ਹਨ ਦਾ। ਦੁੱਖ ਸਾਖਤ ਨੂੰ ਵੀ ਆਉਂਦਾ ਤੇ ਸੰਤ ਨੂੰ ਵੀ ਆਉਂਦਾ, ਫਾਇਦਾ ਹੈ। ਕਰਮਗਤ ਸਭ ਨੇ ਭੋਗਣੀ ਹੈ। ਦੁੱਖ ਸੁੱਖ ਇਹ ਸਿੱਕੇ ਦੇ 2 ਪਾਸੇ ਨੇ, ਕਦੇ ਸੁੱਖ ਆਇਆ ਕਦੇ ਦੁੱਖ। ਮਨਮੁਖ ਬੰਦਾ ਉਸ ਬੰਦੇ ਵਰਗਾ ਹੈ ਜਿਹਨੂੰ ਮੈਡੀਸਨ ਨਹੀਂ ਮਿਲੀ ਤੇ ਤੜਪਦਾ ਰਿਹਾ। ਗੁਰਮੁਖ ਬੰਦੇ ਨੂੰ ਦੁੱਖ ਤੇ ਆਇਆ, ਪਰ ਐਸੀ ਪੇਨ ਕਿਲਰ ਹੈ, ਇਹ ਮੈਡੀਸਨ ਐਸੀ ਹੈ ਬਾਣੀ ਦੀ, ਬੰਦ ਕੱਟਿਆ ਜਾ ਰਿਹਾ ਹੈ, ਅੱਖਾਂ ਕੱਢੀਆਂ ਗਈਆਂ ਨੇ, ਗਲੂਏ ਚੋਂ ਸੀ ਨਹੀਂ ਨਿਕਲਦਾ। ਇਹ ਬਾਣੀ ਦੀ ਕਰਾਮਾਤ ਹੈ ਵੀ ਦੁੱਖ ਨੂੰ ਦੁੱਖ ਹੋ ਕੇ ਲੱਗਣ ਹੀ ਨਹੀਂ ਦਿੰਦੀ। ਸੋ ਕਦੇ ਵੀ ਕੋਈ ਤਰਕ ਕਰੇ ਵੀ ਕੀ ਫਾਇਦਾ ਸੁਖਮਣੀ ਸਾਹਿਬ ਉਚਾਰੀ ਦਾ ਜੇ ਗੁਰੂ ਅਰਜਨ ਸਾਹਿਬ ਤਤੀ ਤਵੀ ਬਹਿ ਗਏ। ਇਹ ਤੁਹਾਨੂੰ ਤਤੀ ਲੱਗਦੀ ਹੈ, ਉਹਦੇ ਲਈ ਠੰਡੀ ਹੈ। ਤੁਹਾਨੂੰ ਕੰਡਾ ਚੁਭਿਆ ਦਰਦ ਦਿੰਦਾ ਹੈ, ਭਾਈ ਮਨੀ ਸਿੰਘ ਨੂੰ ਨਹੀਂ। ਤੁਹਾਨੂੰ ਹੀ ਕੈਂਚੀ ਲੱਗੀ ਦਰਦ ਦਿੰਦੀ ਹੈ। ਬੰਦਾ ਸਿੰਘ ਬਹਾਦਰ ਨੂੰ ਤੇ ਜਮੂਰਾਂ ਵੀ ਦਰਦ ਨਹੀਂ ਦਿੰਦੀਆਂ। ਖੋਪੜ ਲੈਂਦਾ ਤਾਰੂ ਸਿੰਘ ਦਾ, ਉਹਨੂੰ ਦਰਦ ਕੋਈ ਨਹੀਂ ਹੁੰਦਾ। ਜੇ ਦਰਦ ਹੁੰਦਾ ਤੇ 10 ਲੱਖ ਕੁਰਬਾਨੀ ਨਾ ਹੁੰਦੀ ਸਾਡੀ। ਖੈਰ, ਸ਼ਹੀਦ ਹੋਏ ਬਾਬਾ ਜੀ। ਇਹਨੂੰ ਕਹਿੰਦੇ ਨੇ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਸਾਰਾ ਜੀਵਨ ਗੁਰੂ ਦੇ ਹੁਕਮ ਵਿੱਚ ਚੱਲੇ ਤੇ ਜਾਣ ਲੱਗੇ ਵੀ ਬਾਪੂ ਕਲਗੀਧਰ ਨੂੰ ਸੀਨੇ ਵਿੱਚ ਲੈ ਗਏ, ਗੁਰੂ ਗੋਬਿੰਦ ਸਿੰਘ ਦੀ ਗੋਦ ਮੱਲੀ। ਤੇ ਜਿਹੜੇ ਸ਼ਰਾਰਤੀ ਅੰਸਰ ਕਹਿ ਦਿੰਦੇ ਨੇ ਬੰਦੇ ਬੈਰਾਗੀ ਨੇ ਮੁਗਲਿਆ ਸਲਤਨਤ ਦਾ ਤਖਤ ਮੂਧਾ ਕੀਤਾ ਹੈ, ਕੀਤਾ ਹੋਵੇਗਾ, ਪਰ ਜਿੰਨਾ ਚਿਰ ਵੈਰਾਗੀ ਸੀ ਡੇਰੇ ਲੁਕ ਕੇ ਰਿਹਾ, ਕੁਝ ਨਹੀਂ ਹੋਇਆ ਉਹਦੇ ਕੋਲੋਂ। ਜਿਸ ਦਿਨ ਸਾਡੇ ਬਾਪੂ ਦਾ ਤਾਣ ਮਿਲਿਆ ਨਾ, ਸਤਿਗੁਰ ਮੇਰਾ ਤਾਣ ਨਿਤਾਣ ਸਿੰਘ ਸੱਜਿਆ, ਉਹ ਦਿਨ ਤਖਤ ਮੂਧੇ ਹੋਏ ਨੇ। ਤੇ ਜਿਹੜੇ ਕਹਿੰਦੇ ਨਾ ਉਹ ਤੇ ਵੈਰਾਗੀ ਆ ਜੀ, ਤੁਸੀਂ ਐਵੇਂ ਇਹਨਾਂ ਨੂੰ ਸਿੱਖ ਬਣਾਈ ਜਾਓ। ਮੈਂ ਪੁੱਛਦਾ ਹਾਂ, ਉਹਦੇ ਨਾਲ ਉਹ 750 ਸਿੰਘ ਦਾ ਸਿਰ ਲੱਥਾ, ਉੱਥੇ ਵੈਰਾਗੀ ਕਿਉਂ ਨਾ ਸਿਰ ਦੇਣ ਆਇਆ ਵੀ ਸਾਡਾ ਹਿੰਦੂ ਭਾਈ ਸ਼ਹੀਦ ਹੋ ਰਿਹਾ? ਕਿਉਂ ਨਾ ਵੈਰਾਗੀ ਕੋਈ ਜੰਗ ਲੜਿਆ ਉੱਥੇ? ਉਦਣ ਕਿਉਂ ਬੀਬੀ ਸੁਸ਼ੀਲ ਕੌਰ ਅਜੈ ਸਿੰਘ ਵਰਗੇ ਸ਼ਹੀਦ ਹੋਏ? ਕਿਉਂ ਵੈਰਾਗੀ ਆ ਕੇ ਉੱਥੇ ਬੌੜਿਆ ਨਾ? ਤੋ ਮੈਦਾਨੇ ਜੰਗ ਵਿੱਚ ਇੱਕ ਹੋਰ ਗੱਲ ਕਵਾਂ, ਗੁਰੂ ਹਰਗੋਬਿੰਦ ਸਾਹਿਬ ਨੇ ਰਾਜੇ ਛਡਾਏ ਸੀ ਗਵਾਲੀਅਰ ਦੇ। ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਜਿਹੜੇ ਬੰਦਿਆਂ ਪਿੱਠ ਦਿਖਾਈ ਹੈ ਉਹਨਾਂ ਦਾ ਜ਼ਿਕਰ ਕਰਨਾ ਪੈਂਦਾ ਹੈ। ਔਰ ਮੈਂ ਨਾਲ ਇਹ ਵੀ ਕਹਿ ਦੇਵਾਂ, ਗਦਾਰ ਜ਼ਰੂਰੀ ਨਹੀਂ ਹਿੰਦੂਆਂ 'ਚ ਨੇ, ਸਿੱਖਾਂ ਵਿੱਚ ਵੀ ਹੋਏ ਨੇ। ਆਪਾਂ ਜਾਣਦੇ ਹਾਂ ਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਿਵੇਂ ਗਿਆ ਹੈ। ਸੋ ਇੱਥੇ ਮੁਸਲਮਾਨਾਂ ਵਿੱਚ ਵੀ ਧਰਮੀ ਲੋਕ ਹੁੰਦੇ ਨੇ, ਬੈੜੇ ਵੀ ਹੁੰਦੇ ਨੇ। ਇਹਨਾਂ 22 ਧਾਰੀਏ ਰਾਜਿਆਂ ਨੂੰ ਉੱਥੇ ਜੋੜਿਓ। 52 ਰਾਜਿਆਂ ਦੇ ਹੀ ਪੋਤੜੇ ਪਰਪੋਤੜੇ ਨੇ, ਦਗਾ ਦੇ ਗਏ ਕਲਗੀਧਰ ਨੂੰ। ਬਾਅਦ 'ਚ ਕੀ ਹੋਇਆ? ਬੰਦਾ ਸਿੰਘ ਬਹਾਦਰ ਦੇ ਖਿਲਾਫ ਵੀ ਇਹ ਮੁਗਲਾਂ ਵੱਲ ਹੋ ਕੇ ਲੜੇ ਨੇ।
ਇਹਨਾਂ ਖਰਚਾ ਵੀ ਨਾਲ ਦਿੱਤਾ ਹੈ। ਤੇ ਜੇ ਉਹ ਵਾਕਿਆ ਹੀ ਵੈਰਾਗੀ ਸੀ ਤੇ 22 ਧਾਰ ਦੀਏ ਰਾਜੇ ਤੇ ਰਾਜਪੂਤ ਨੇ, ਤੇ ਇਹ ਵੀ ਭਰਦਵਾਜ ਹੈ ਬੰਦਾ ਸਿੰਘ ਬਹਾਦਰ, ਤੇ ਸਾਥ ਕਿਉਂ ਨਾ ਦਿੱਤਾ? ਨਹੀਂ, ਗੁਰੂ ਦਾ ਸਿੰਘ ਬਣ ਗਿਆ ਸੀ, ਔਰ ਗੁਰੂ ਦਾ ਸਿੰਘ ਬਣ ਕੇ ਉਹਨੇ ਸ਼ਹਾਦਤ ਦੀ ਅਵਧੀ ਮਾਣੀ ਹੈ, ਤੇ ਗੁਰੂ ਦੇ ਥਾਪੜੇ ਦੀ ਕਰਾਮਾਤ ਸੀ, ਥਾਪੜੇ ਦੀ ਅਜ਼ਮਤ ਸੀ। ਤੇ ਮੈਂ 2 ਉਦਾਹਰਨਾਂ ਦੇਵਾਂ ਜਿਹੜੇ ਕਹਿੰਦੇ ਬੰਦਾ ਸਿੰਘ ਡੋਲ ਗਿਆ, ਗੁਰੂ ਬਣ ਬੈਠਾ ਸੀ। ਗੁਰੂ ਬਣ ਕੇ ਗੁਰੂ ਦਾ ਸ਼ਰੀਕ ਬਣਿਆ ਹੁੰਦਾ ਤੇ ਦਰਦ ਕੰਡੇ ਦਾ ਨਾ ਚੱਲਦਾ, ਅੱਖਾਂ ਕਢਾ ਕੇ ਸੀ ਨਾ ਕਹਿਣੀ, ਇਹ ਪੂਰਾ ਸਿੱਖ ਹੀ ਕਰ ਸਕਦਾ ਹੈ। ਜਦੋਂ ਕੋਈ ਬਾਦਸ਼ਾਹ ਬਣਦਾ ਹੈ ਉਹ ਆਪਣੇ ਨਾਮ ਦੀ ਮੋਹਰ ਤੇ ਸਿੱਕਾ ਚਲਾਉਂਦਾ ਹੈ। ਜਦੋਂ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਨਾ, ਉਹਨੇ ਆਪਣੇ ਇਸ਼ਟ ਦਾ ਨਾਮ ਲਿਖਿਆ ਹੈ ਸਿੱਕੇ ਤੇ, ਸਿੱਕਾ ਜਦਬਰ ਹਰਦੋ ਆਲਮ ਤੇਗ ਨਾਨਕ ਵਾਹਬਸਤ ਫਤਹ ਹੈ ਗੋਬਿੰਦ ਸਿੰਘ ਸ਼ਾਹਾ, ਸਾਰਾ ਫਜ਼ਲ ਸੱਚਾ ਸਾਹਿਬਸਤ, ਫਾਰਸੀ ਦੇ ਬੋਲ ਨੇ। ਹੁਣ ਰਾਜਿਆਂ ਦੀ ਮੋਹਰ ਵੀ ਹੁੰਦੀ ਹੈ ਸੀਲ, ਉਹਦੇ ਤੇ ਪਤਾ ਕੀ ਲਿਖਾਇਆ ਸੀ ਉਹਨੇ? ਦੇਗੋ ਤੇਗੋ ਫਤਿਹੋ ਨੁਸਰਤ ਬੇਦ ਰੰਗ ਯਾਫਤਜ਼ ਨਾਨਕ ਗੁਰੂ ਗੋਬਿੰਦ ਸਿੰਘ। ਤੇ ਜੇ ਉਹ ਆਪ ਗੁਰੂ ਬਣ ਬੈਠਾ ਸੀ ਤੇ ਇਹ ਮੋਹਰਾਂ ਬਣਾਉਣ ਦੀ ਕੋਈ ਲੋੜ ਨਹੀਂ ਸੀ ਉਹਨੂੰ, ਇੱਦਾਂ ਸ਼ਹੀਦੀ ਨਾ ਉਹ ਦਿੰਦਾ। ਤੇ ਜੇ ਕੋਈ ਭੁੱਲ ਹੋ ਵੀ ਜਾਵੇ ਨਾ ਸਿੱਖ ਤੋਂ, ਤੇ ਯਾਦ ਰੱਖਿਓ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਪਰਮੇਸ਼ਰ ਹੀ ਨਹੀਂ ਭੁੱਲਦੇ, ਆਪਾਂ ਤੇ ਕੋਈ ਨਾ ਕੋਈ ਗਲਤੀ ਕਰ ਲੈਂਦੇ ਹਾਂ। ਤੇ ਬਾਪੂ ਸਾਡੇ ਦਾ ਸੁਭਾਅ ਕਿੱਦਾਂ ਦਾ? ਜੋ ਸਰਣੇ ਆਵੈ ਤਿਸ ਕੰਠ ਲਾਵੈ। ਸੋ ਇਹ ਦਾਗ ਲਾਉਣੇ ਛੱਡੋ ਉਸ ਮਹਾਂ ਸੂਰਬੀਰ ਜਰਨੈਲ ਤੇ, ਸਾਡਾ ਪਹਿਲਾ ਬਾਦਸ਼ਾਹ ਹੈ। ਫਿਰ ਮਿਸਲਾਂ ਦਾ ਰਾਜ ਆਇਆ, ਫਿਰ ਰਾਜ ਆਇਆ ਬਾਬਾ ਮਹਾਰਾਜਾ ਰਣਜੀਤ ਸਿੰਘ ਦਾ। ਉਹ ਵੀ ਬਾਬਾ ਹੀ ਸੀ, ਸੰਤ ਸਿਪਾਹੀ ਸੀ। ਅਖੇ ਜੀ ਹੀ ਵਾਸ ਅ ਵੂਮਨਾਈਜ਼ਰ, ਉਹ ਸ਼ਰਾਬ ਪੀਂਦਾ ਸੀ ਨਾ। ਅਸਲ ਦੇ ਵਿੱਚ ਭਾਰਤ ਸਾਰਾ ਗੁਲਾਮ ਸੀ। ਤੁਸੀਂ ਸਾਰੇ ਜਾਣਦੇ ਹੋ ਈਸਟ ਇੰਡੀਆ ਕੰਪਨੀ ਨੇ ਭਾਰਤ ਮੱਲ ਲਿਆ, ਪੰਜਾਬ ਦੇਸ਼ ਆਜ਼ਾਦ ਰਿਹਾ, ਅਫਗਾਨਿਸਤਾਨ ਤੱਕ ਸਾਡਾ ਰਾਜ। ਗੋਰਿਆਂ ਟਰੀਟੀ ਕਰ ਲਈ ਹੈ ਵੀ ਸਤਲੁਜ ਤੋਂ ਇਹਨੂੰ ਭਰਾ ਅਸੀਂ ਨਹੀਂ ਆਉਂਦੇ ਤੇ ਹੱਥ ਜੋੜੇ ਹੀ ਇੱਧਰ ਤੂੰ ਨਾ ਆਈ। ਤੇ ਟਰੀਟੀ ਆਪ ਕੀਤੀ ਹੈ, ਤੇ ਟਰੀਟੀ ਵੱਡਿਆਂ ਨਾਲ ਕੀਤੀ ਜਾਂਦੀ ਹੈ, ਬਰਾਬਰਦਿਆਂ ਨਾਲ, ਨੀਵਿਆਂ ਨਾਲ ਨਹੀਂ। ਨੀਵੇਂ ਗੁਲਾਮ ਰੱਖੇ ਜਾਂਦੇ ਨੇ। ਕਦੇ ਵੀ ਤੁਸੀਂ ਪੜ੍ਹ ਲਿਓ ਜਾ ਕੇ ਗੂਗਲ ਤੇ, ਇਨਸਾਈਕਲੋਪੀਡੀਆ, ਕਿਧਰੇ ਵੀ ਪੜ੍ਹਨਾ ਹੋਇਆ, ਸਿੱਖ ਅੰਪਾਇਰ ਵਾਸ ਦਾ ਇੰਡੀਪੈਂਡੈਂਟ ਅੰਪਾਇਰ ਇਨ ਇੰਡੀਅਨ ਸਬ ਕੰਟੀਨੈਂਟ। ਸਾਡਾ ਰਾਜ ਵੱਖਰਾ ਸੀ। ਇੰਨੀ ਤਾਕਤ ਸੀ ਰਾਜਾ ਰਣਜੀਤ ਸਿੰਘ, ਗੁਰਮੁਖ ਬੰਦਾ ਹੈ। ਹੁਣ ਗੋਰਿਆਂ ਨੇ ਦੇਖਿਆ ਵੀ ਇਹਨੂੰ ਚਰਿੱਤਰਹੀਣ ਦਰਸਾਈਏ ਤੇ ਸਿੱਖਾਂ ਦੇ ਮਨ ਚੋਂ ਇਹਦਾ ਅਦਬ ਘਟੇ। ਉਹਨਾਂ ਲੋਕਾਂ ਨੇ ਫਿਰ ਬੜੇ ਬੜੇ ਆਪਣੇ ਰਾਈਟਰਸ ਲਾ ਕੇ ਉਹਨੂੰ ਵੂਮਨਾਈਜ਼ਰ ਲਿਖਾਇਆ, ਜਨਾਨੀਬਾਜ਼ ਲਿਖਾਇਆ, ਸ਼ਰਾਬੀ ਲਿਖਾਇਆ। ਸਾਡੇ ਵਿਕਾਊ ਬੰਦਿਆਂ ਨੇ ਪੈਸਾ ਚੁੱਕ ਕੇ ਪੰਜਾਬੀ 'ਚ ਉਲੱਥੇ ਕਰਕੇ ਵੰਡੇ। ਜੇ ਵਾਕਿਆ ਹੀ ਜਨਾਨੀਬਾਜ਼ ਬੰਦਾ ਸੀ, ਉਹ ਸ਼ਰਾਬੀ ਬੰਦਾ ਸੀ, ਤੇ ਜਿਸ ਦਿਨ ਮੋਰਾ ਨੱਚ ਰਹੀ ਹੈ, ਲੰਘਦਾ ਹੋਇਆ ਰੁਕ ਗਿਆ। ਅਕਾਲੀ ਫੂਲਾ ਸਿੰਘ ਨੇ ਆਖਿਆ ਕੋਰੜੇ ਪੈਣੇ ਨੇ। ਕੋਰੜੇ ਖਾਣ ਲਈ ਬਸਤਰ ਲਾ ਕੇ ਜੰਡ ਨਾਲ ਜੱਫਾ ਪਾ ਲਿਆ। ਤੇ ਅਕਾਲੀ ਫੂਲਾ ਸਿੰਘ ਕਹਿੰਦੇ ਬਸ ਹੰਕਾਰ ਦਾ ਕੀੜਾ ਹੀ ਸੀ ਨਿਕਲ ਗਿਆ ਹੈ। ਜੇ ਮਨਮੁਖ ਅਯਾਸ਼ ਬੰਦਾ ਹੁੰਦਾ ਤੇ ਪੰਥ ਚੋਂ ਕਿਉਂ ਨਾ ਛੇਕਿਆ ਗਿਆ ਉਹਨੂੰ? ਅਕਾਲੀ ਫੂਲਾ ਸਿੰਘ ਕਦੇ ਅੱਜ ਵਰਗਾ ਜਥੇਦਾਰ ਥੋੜਾ ਸੀ ਵੀ ਜਿਹਨੇ ਕਿਸੇ ਨੂੰ ਪੁੱਛ ਕੇ ਫੈਸਲਾ ਦੇਣਾ ਹੈ, ਨਹੀਂ, ਬੰਦਗੀ ਵਾਲਾ ਹੈ। ਸੋ ਸਮਝਿਆ ਕਰੋ, ਤੁਹਾਡੇ ਨਾਇਕ ਬਦਨਾਮ ਕੀਤੇ ਜਾਂਦੇ ਨੇ। ਪਰਸ਼ੀਅਨ ਵਿਦਵਾਨਾਂ ਬੰਦਾ ਸਿੰਘ ਬਹਾਦਰ ਬਦਨਾਮ ਕੀਤਾ, ਸਾਡੇ ਕਵੀਆਂ ਉਹ ਲੱਥੇ ਲੈ ਕੇ ਤੇ ਉਹ ਲਿਖ ਦਿੱਤੇ, ਕਮਲੇ ਬਣ ਗਏ ਅਸੀਂ। ਮਹਾਰਾਜਾ ਰਣਜੀਤ ਸਿੰਘ ਗੋਰਿਆਂ ਬਦਨਾਮ ਕੀਤਾ, ਸੰਤ ਜਰਨੈਲ ਸਿੰਘ ਖਾਲਸਾ ਇੰਦਰਾ ਗਾਂਧੀ ਦੇ ਮੀਡੀਏ ਨੇ ਬਦਨਾਮ ਕੀਤੇ ਨੇ। ਕਿਉਂਕਿ ਸਾਡੇ ਬੱਚੇ ਇਹਨਾਂ ਨਾਇਕਾਂ ਦੇ ਜੀਵਨ ਤੇ ਚੱਲ ਕੇ ਨਾਇਕ ਨਾ ਬਣਨ, ਸਾਡੇ ਨਾਇਕਾਂ ਨੂੰ ਖਲਨਾਇਕ ਬਣਾਇਆ ਗਿਆ। ਔਰ ਦੇਸ਼ ਦਾ ਜਿਹੜਾ ਆਗੂ ਹੁੰਦਾ, ਮੀਡੀਆ ਉਹਦੇ ਹੁਕਮ 'ਚ ਚੱਲਦਾ ਹੈ। ਸੋ ਆਪਣੇ ਨਾਇਕਾਂ ਨੂੰ ਸਜਦਾ ਕਰਨਾ ਸਿੱਖੋ, ਨਾ ਕਿ ਉਹਨਾਂ ਦੀ ਬਦਨਾਮੀ ਕਰਿਆ ਕਰੋ ਜੀ ਉਹ ਤੇ ਆਹ ਕਰਦੇ ਸੀ, ਉਹ ਕਰਦੇ। ਪਤਾ ਕੁਝ ਵੀ ਨਹੀਂ ਹੁੰਦਾ। ਖੈਰ, ਮੈਂ ਇੱਕ ਸ਼ਾਇਰ ਦਾ ਬੋਲ ਕਹਿ ਕੇ ਫਤਿਹ ਬੁਲਾਉਂਦਾ ਹਾਂ। ਕਹਿੰਦੇ ਕੁਛ ਅਸੂਲੋਂ ਕਾ ਨਸ਼ਾ ਥਾ, ਕੁਛ ਮੁਕੱਦਸ ख्वाब थे, ਹਰ ਜ਼ਮਾਨੇ ਮੇਂ ਸ਼ਹਾਦਤ ਕੇ ਯਹੀ ਅਸਬਾਬ ਥੇ। ਅਸੂਲਾਂ ਤੇ ਚੱਲਣ ਵਾਲੇ ਧਰਮ ਦੀ ਖਾਤਰ ਸਿਰ ਦਿੰਦੇ ਨੇ, ਉਹ ਨਹੀਂ ਚੁੱਕਦੇ। ਸ਼ਹੀਦਾਂ ਦੇ ਕੁਝ ਐਸੇ ਹੀ ख्वाब ਨੇ, ਚੜ੍ਹਦੀ ਕਲਾ ਨਾਲ ਸ਼ਹਾਦਤ ਦੀ ਅਵਧੀ ਮਾਣਦੇ ਨੇ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ
ਹੋਏ ਉਸ ਸ਼ਹੀਦ ਨੂੰ ਸਜਦਾ ਹੈ, ਉਹਨੂੰ ਸਦਾ ਜ਼ਿਹਨ ਵਿੱਚ ਸਿੱਖ ਟਿਕਾ ਕੇ ਰੱਖਣਗੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਸਮੂਹ ਪ੍ਰਬੰਧਕ ਜਨਾਂ ਦਾ, ਸੈਕਟਰੀ ਸਾਹਿਬ ਦਾ ਧੰਨਵਾਦ, ਭਾਈ ਦਰਸ਼ਨ ਸਿੰਘ ਹੁਣਾਂ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤ ਦੇ ਦਿਦਾਰਿਆਂ ਲਈ ਇਹ ਪ੍ਰੋਗਰਾਮ ਉਲੀਕੇ ਨੇ। ਸੋ ਵਾਣੀ ਨੂੰ ਵਿਸ਼ਰਾਮ ਦਿੰਦਾ ਹਾਂ। ਆਪ ਸੰਗਤਾਂ ਦਾ ਧੰਨਵਾਦ। ਖੁਦ ਖੁਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਜਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਨੀਲੇ ਘੋੜੇ ਦੇ ਸਵਾਰ ਕਲਗੀਧਰ ਪਾਤਸ਼ਾਹ ਜੀ ਦੇ ਪਰਮ ਸਿੱਖ ਜਰਨੈਲ ਸੰਤ ਸਿਪਾਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸਰਵਣ ਕਰ ਰਹੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਇਸੇ ਤਰ੍ਹਾਂ ਸਜੇ ਰਹਿਣਾ। ਜਿਨ੍ਹਾਂ ਨੇ ਲੰਗਰ ਪਾਣੀ ਛਕਣਾ ਹੈ, ਛਕ ਕੇ ਵਾਪਸ ਦਰਬਾਰ ਹਾਲ ਦੇ ਵਿੱਚ ਆ ਜਾਣਾ। ਜੋ ਅੱਗੇ ਦੇ ਆਪਣੇ ਬਾਕੀ ਦੇ ਪ੍ਰੋਗਰਾਮ ਹਨ, ਆਪਾਂ ਉਹਨਾਂ ਦੇ ਨਾਲ ਸਾਂਝ ਪਾਉਣੀ ਹੈ। ਬੈਟਲ ਆਫ ਅੰਮ੍ਰਿਤਸਰ ਗੁਰੂ ਪਿਆਰਿਓ, ਅਜੇ ਹੁਣੇ ਹੀ 2 ਹਫ਼ਤੇ ਪਹਿਲੋਂ ਜੋ ਆਪਣਾ 84 ਦਾ ਦਰਦਨਾਕ ਉੱਥੇ ਦਾ ਭਾਣਾ ਵਰਤਿਆ ਸੀ, ਆਪਾਂ ਉਹ ਸਾਰਾ ਹੀ ਇੱਥੇ ਬੜੇ ਬੜੇ ਬੁਲਾਰੇ ਆਏ, ਆਪਾਂ ਸਾਰਾ ਸੁਣਿਆ ਹੈ। ਪਰ ਉਹੀ ਹੀ ਇੱਕ ਜੋ ਹੈ ਅੱਜ ਡਾਕੂਮੈਂਟਰੀ ਆਪ ਜੀ ਵਾਸਤੇ ਇੱਥੇ ਸਿੰਘ ਲੈ ਕੇ ਹਾਜ਼ਰ ਹੋਏ ਹਨ। ਸੋ ਲੰਗਰ ਪਾਣੀ ਛਕ ਕੇ ਜਿਨ੍ਹਾਂ ਨੇ ਛਕ ਲਿਆ ਹੈ, ਆਪ ਜੀ ਨੂੰ ਸਨਿਮਰ ਬੇਨਤੀ ਹੈ ਇਸੇ ਤਰ੍ਹਾਂ ਦਰਬਾਰ ਹਾਲ ਦੇ ਵਿੱਚ ਆਪਾਂ ਸਜੇ ਰਹਿਣਾ ਹੈ, ਕਿਉਂਕਿ ਆਪਣਾ ਇਤਿਹਾਸ ਹੈ। ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਹੈ ਉਸ ਦਾ ਜੋ ਬੈਟਲ ਆਫ ਅੰਮ੍ਰਿਤਸਰ ਦੀ ਡਾਕੂਮੈਂਟਰੀ ਹੈ, ਆਪਾਂ ਉਸ ਨੂੰ ਇੱਥੇ ਇਸੇ ਹੀ ਤਰ੍ਹਾਂ ਬੈਠ ਕੇ ਤਕਰੀਬਨ 45 ਮਿੰਟ ਦਾ ਸਮਾਂ ਹੈ ਅਤੇ ਆਪਾਂ ਉਹ ਦੇਖਣੀ ਹੈ। ਸੋ ਉਸ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੋ ਸਾਰਾ ਇਤਿਹਾਸ ਸੁਣਾਇਆ ਹੈ, ਆਪਾਂ ਨੂੰ ਬਾਬਾ ਬੰਤਾ ਸਿੰਘ ਜੀ ਤੋਂ ਆਪਾਂ ਸਰਵਣ ਕੀਤਾ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪਾਂ ਉਹਨਾਂ ਦਾ ਸਤਿਕਾਰ ਸਾਰੀ ਸਾਧ ਸੰਗਤ ਵੱਲੋਂ ਕਰੀਏ। ਉਹਨਾਂ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਦੀ ਚਰਨ ਸ਼ਰਨ ਲਾਗੇ ਜਾ ਕੇ ਔਰ ਗੁਰੂ ਘਰ ਦੇ ਵਜ਼ੀਰ ਭਾਈ ਗੁਰਜਿੰਦਰ ਸਿੰਘ ਜੀ ਔਰ ਨਾਲ ਹੀ ਮੈਂ ਬੇਨਤੀ ਕਰਾਂ ਆਪਣੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ, ਉਹਨਾਂ ਦੀ ਜੋ ਮਹਾਰਾਜ ਜੀ ਦੀ ਮਰਿਆਦਾ, ਉਹਨਾਂ ਨੂੰ ਇੱਥੇ ਦਾ ਸਿਰਪਾਓ ਦੀ ਭੇਟਾ ਜੋ ਦੇਣੀ ਹੈ ਉਹ ਪ੍ਰਾਪਤ ਕਰਨ ਆ ਕੇ ਮਹਾਰਾਜ ਜੀ ਦੀ ਚਰਨ 'ਚ ਬੋਲੇ ਸੋ ਨਿਹਾਲ। ਬਾਬਾ ਜੀ ਬੰਤਾ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਔਰ ਜੋ ਨਾਲ ਸਿੰਘ ਆਇਆ ਹੈ ਟੋਰਾਂਟੋ ਤੋਂ ਉਹਦਾ ਵੀ ਧੰਨਵਾਦ, ਜੋ ਸਮਾਂ ਦਿੱਤਾ ਹੈ ਇੱਥੇ 2 ਦਿਨ ਦਾ ਗੁਰਦੁਆਰਾ ਸਾਹਿਬ ਐਲਸ ਬਰਾਂਟੇ ਦੀ ਸਾਧ ਸੰਗਤ ਨੂੰ, ਇਸ ਸਥਾਨ ਨੂੰ ਤਹਿ ਦਿਲੋਂ ਹਾਰਦਿਕ ਧੰਨਵਾਦ। ਆਉਣ ਵਾਲੇ ਅਗਲੇ ਸਮੇਂ 'ਚ ਜਦੋਂ ਵੀ ਸਮਾਂ ਬਣੇ ਜ਼ਰੂਰ ਇੱਥੇ ਵਾਸਤੇ ਥੋੜ੍ਹਾ ਹੋਰ ਵਧੇਰੇ ਸਮਾਂ ਰੱਖਣ। ਸੋ ਗੁਰੂ ਪਿਆਰਿਓ, ਕੁਝ ਅਨਾਊਂਸਮੈਂਟਾਂ ਹਨ ਕਿ ਜੋ ਆਉਣ ਵਾਲੇ ਅਖੰਡ ਪਾਠ ਸਾਹਿਬ ਅਗਸਤ ਦਾ ਦੂਸਰਾ ਵੀਕ 12, 13, 14 ਅਤੇ ਤੀਸਰਾ ਵੀਕ 19, 20, 21 ਵਾਲਾ ਅਜੇ ਬੁੱਕ ਨਹੀਂ ਹੋਇਆ। ਜੇ ਕਿਸੇ ਨੇ ਕਰਾਉਣਾ ਹੋਵੇ ਉਸ ਤੋਂ ਪਹਿਲੋਂ ਸਾਰੇ ਹੀ ਵੀਕ ਬੁੱਕ ਹੋ ਚੁੱਕੇ ਹਨ। ਔਰ ਅੱਜ ਇਸ ਡਾਕੂਮੈਂਟਰੀ ਤੋਂ ਬਾਅਦ ਕਾਰ ਸੇਵਾ ਵੀ ਚੱਲਣੀ ਹੈ। ਜਿਨ੍ਹਾਂ ਕੋਲ ਸਮਾਂ ਹੋਵੇ ਥੋੜ੍ਹੀ ਹੈਲਪ ਜ਼ਰੂਰ ਕਰਾਇਓ। ਥੱਲੇ ਕਾਰ ਸੇਵਾ ਵਾਲੇ ਸਿੰਘਾਂ ਦਾ ਜੋ ਵੀ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ, ਉਹਨਾਂ ਦਾ ਧੰਨਵਾਦ। ਔਰ ਗੁਰੂ ਪਿਆਰਿਓ, 17 ਜੁਲਾਈ ਨੂੰ ਮੈਂ ਆਪ ਜੀ ਦੇ ਨਾਲ ਇੱਕ ਸਾਂਝ ਚਲੋ ਬਾਅਦ 'ਚ ਪਾਉਂਦੇ ਹਾਂ। 17 ਜੁਲਾਈ ਦਾ ਜੋ ਆਪਣੇ ਪਾਸ sickhealth.net ਆਪਣੇ ਜੋ ਡਾਕਟਰ ਸਾਹਿਬਾਨ ਹਨ, ਉਹਨਾਂ ਦਾ ਐਤਕੀ ਪਹਿਲੇ ਜਾਂ ਦੂਜੇ ਵੀਕ ਨਹੀਂ ਹੋਣਾ, ਅਤੇ 17 ਜੁਲਾਈ ਨੂੰ ਉਹਨਾਂ ਦੀ ਟੀਮ ਆ ਰਹੀ ਹੈ। ਕਿਸੇ ਨੂੰ ਜੋ ਡਾਕਟਰੀ ਹੈਲਪ ਦੀ ਲੋੜ ਹੋਵੇ, ਔਰ ਆਓ 5 ਮਿੰਟ ਵਾਸਤੇ ਅੱਜ ਮਹਾਰਾਜ ਜੀ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਹੈ, ਅਖੰਡ ਪਾਠ ਸਾਹਿਬ ਦੀ ਸੇਵਾ ਜਿਨ੍ਹਾਂ ਨੇ ਨਿਭਾਈ ਹੈ, ਅਤੇ ਉਹ ਆਪਣੇ ਨਾਲ ਸਾਂਝ ਪਾਉਣਗੇ। 5 ਮਿੰਟ ਵਾਸਤੇ ਸੰਗਤ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਵਕੀਲ ਸਾਹਿਬ ਮਨਪ੍ਰੀਤ ਸਿੰਘ ਜੀ, ਉਹਨਾਂ ਦੇ ਫਾਦਰ ਸਾਹਿਬ ਕਰਨਲ ਸਾਹਿਬ, ਆਪ ਜੀ ਦੇ ਨਾਲ ਧੰਨਵਾਦ ਕਰਨ ਵਾਸਤੇ ਸਿਰਫ 5 ਮਿੰਟ ਵਾਸਤੇ
ਉਸ ਤੋਂ ਬਾਅਦ ਡਾਕੂਮੈਂਟਰੀ ਫਿਲਮ ਆਪਾਂ ਦੇਖਣੀ ਹੈ। ਔਰ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰ ਦਈਏ ਕਿ ਅਗਲੇ ਹਫਤੇ ਆਪਣੇ ਪਾਸ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਪਹੁੰਚ ਰਹੇ ਹਨ। ਸੋ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਸਮੇਂ ਸਿਰ ਜ਼ਰੂਰ ਆਇਓ, ਆਪਾਂ ਉਹਨਾਂ ਦੇ ਵਿਚਾਰ ਸਾਰਿਆਂ ਨੇ ਸਰਵਣ ਕਰਨੇ ਹਨ। ਸੋ ਡਾਕਟਰ ਅਮਰਜੀਤ ਸਿੰਘ ਜੀ ਅਗਲੇ ਹਫਤੇ 3 ਜੁਲਾਈ ਵਾਲੇ ਐਤਵਾਰ ਵਾਲੇ ਦਿਨ ਇੱਥੇ ਆਪਣੇ ਪਾਸ ਪਹੁੰਚ ਰਹੇ ਹਾਂ। ਅਤੇ ਆਓ ਆਪਾਂ ਸਿਰਫ 5 ਮਿੰਟ ਵਾਸਤੇ ਬਜ਼ੁਰਗਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਆਏ ਸੱਜਣਾ ਦਾ ਧੰਨਵਾਦ ਕਰਾਂ ਔਰ ਕਮੇਟੀ ਦਾ ਧੰਨਵਾਦ ਕਰਾਂ, ਮੈਂ 2-4 ਸ਼ਬਦ ਗੁਰਬਾਣੀ ਦੇ ਕਹਿਣਾ ਚਾਹਾਂਗਾ। ਜਿਹੜੀ ਇੱਕ ਦੀ ਖੇਡ ਹੈ ਉਹ ਸਾਰੀ ਸੱਚ ਔਰ ਪ੍ਰੇਮ ਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਫਰਮਾਨ ਕੀਤਾ ਹੈ, ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਤਰੀਕਾ ਦੱਸਿਆ, ਉਹ ਬੜੀ ਮਹੱਤਵਪੂਰਨ ਚੀਜ਼ ਹੈ। ਔਰ ਇੱਥੇ ਜਿਹੜਾ ਹੈਗਾ ਗੁਰੂ ਸਾਹਿਬ ਆਪਾਂ ਮੱਥਾ ਟੇਕਨੇ ਆ, ਇੱਕ ਨੂੰ ਮੱਥਾ ਟੇਕਨੇ, ਉਹ ਇੱਕ ਉਹ ਸੱਚ ਹੈ, ਪ੍ਰੇਮ ਹੈ। ਔਰ ਉਹ ਕਿੱਦਾਂ ਪਾਇਆ ਜਾਂਦਾ? ਉਹ ਪੂਰਾ ਹੈ। ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਉਣੇ। ਔਰ ਸਾਚ ਕਹੋ ਸੁਨ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭ ਪਾਇਓ। 8 ਪੈਰ ਪ੍ਰਭ ਅਸੇ ਹਜ਼ੂਰੇ, ਕਹੋ ਨਾਨਕ ਸਹੀ ਜਨ ਪੂਰੇ। ਉਹੀ ਜਨ ਪੂਰੇ ਹੁੰਦੇ ਆ ਜਿਹੜੇ 8 ਪੈਰ ਸ਼ਬਦ ਦਾ ਜਾਪ ਕਰਦੇ ਹੈਗੇ। ਔਰ ਇੱਥੋਂ ਮੰਗਣਾ ਕੀ ਹੈਗਾ? ਮੰਗਣ ਨਹੀਂ ਕਾ, ਮੰਗਣ ਨਹੀਂ ਕਾ, ਹਰ ਜਸ ਗੁਣ ਦੇ ਮੰਗ, ਹਰ ਜਸ ਇੱਥੋਂ ਮੰਗਣਾ ਹੈ। ਸੋ ਇਹਨੇ ਸ਼ਬਦ ਨਾਲ ਔਰ ਜਿਹੜਾ ਸੱਚ ਹੈ, ਇੱਕ ਹੈ, ਉਹਨੂੰ ਉਹਨਾਂ ਨੇ ਕੀ ਕਿਹਾ? ਦਮ ਦਮ ਸਦਾ ਸੰਭਾਲਦਾ। ਦਮ ਦਮ ਜਿਹੜਾ ਹੈਗਾ, ਹਰ ਇੱਕ ਦਮ ਜਿਹੜਾ ਹੁੰਦਾ ਹੈ ਉਹ ਤੁਸੀਂ ਜਾਪ ਕਰਨਾ ਹੈ। ਹਰ ਇੱਕ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ। ਔਰ ਜਿਹੜੇ ਦਮ ਤੁਹਾਡਾ ਬਿਰਥਾ ਨਹੀਂ ਜਾਣਾ ਚਾਹੁੰਦਾ, ਉਹ ਜਿਹੜਾ ਹੈਗਾ ਪਰਮਾਤਮਾ ਦਾ ਨਾਮ ਜਪਣਾ ਹੈਗਾ, ਤਾਂ ਕਿ ਤੁਹਾਡਾ ਦਮ ਜਿਹੜਾ ਬਿਰਥਾ ਨਾ ਜਾਏ। ਔਰ ਸਾਰੀ ਜਿਹੜੀ ਖੇਡ ਜਨਮ ਮਰਨ ਦੀ ਖੇਡ ਹੈ, ਉਸ ਤੋਂ ਫਿਰ ਪਾਰ ਤੁਸੀਂ ਹੋ ਜਾਓਗੇ। ਇਨ੍ਹਾਂ ਸ਼ਬਦਾਂ ਨਾਲ ਕਹਿ ਕੇ ਮੈਂ ਹੁਣ ਖਾਸ ਤੌਰ 'ਤੇ ਬਾਹਰੋਂ ਆਏ ਮਹਿਮਾਨ, 2 ਜ਼ਿਆਦਾ ਮਹੱਤਵਪੂਰਨ ਹਨ। ਸਾਡੇ ਬਹੁਤ ਸੀਨੀਅਰ ਕਾਲਜ ਦੇ ਭਾਈਵਾਲ ਵੀ, ਅਤੇ ਉਹ ਸਰਦਾਰ ਗੁਰਨਾਮ ਸਿੰਘ ਔਰ ਉਹਨਾਂ ਦੇ ਵੱਡੇ ਭਰਾ ਕਰਨਲ ਕਰਤਾਰ ਸਿੰਘ, ਉਹ ਨਹੀਂ ਆ ਸਕੇ। ਉਹ ਸਾਡੇ ਬਜ਼ੁਰਗ ਮੇਜਰ ਲਛਮਣ ਸਿੰਘ, ਉਹਨਾਂ ਨਾਲ 1943 ਦੇ ਵਿੱਚ ਬਰਮਾ ਦੀ ਲੜਾਈ ਵਿੱਚ ਇਕੱਠੇ ਇਹਨਾਂ ਨੇ ਕੰਮ ਕੀਤਾ। ਇਹ ਉਦੋਂ ਜੇ ਕਮਿਸ਼ਨ ਹੋਇਆ ਸੀਗਾ, ਅਤੇ ਸਾਡੇ ਪਿਤਾ ਜੀ ਉਹ ਮੇਜਰ ਸਾਹਿਬ ਸੀਗੇ ਉਦੋਂ। ਔਰ ਇਹਨਾਂ ਨਾਲ ਸਾਡਾ ਸੰਬੰਧ ਬਹੁਤ ਨੇੜੇ ਦਾ ਸੀਗਾ, ਕਿਉਂਕਿ ਅਸੀਂ ਇੱਕੋ ਕਾਲਜ ਹੁਸ਼ਿਆਰਪੁਰ ਗੌਰਮੈਂਟ ਕਾਲਜ ਵਿੱਚ ਉਸੇ ਟਾਈਮ 'ਤੇ 54-55 'ਚ ਅਸੀਂ ਉੱਥੇ ਸੀਗੇ। ਇਹ ਸਾਡੇ ਨਾਲ ਬਹੁਤ ਸੀਨੀਅਰ ਸੀਗੇ, ਪਰ ਉੱਥੇ ਉਸ ਸਮੇਂ ਸੀਗੇ। ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਫॉर ਬੀਇੰਗ ਹੇਅਰ। ਥੈਂਕ ਯੂ ਸੋ ਮਚ। ਔਰ ਦੂਜੇ ਖਾਸ ਤੌਰ 'ਤੇ ਸਪੈਸ਼ਲ ਗੈਸਟ ਜਿਹੜੇ ਹੈਗੇ ਆ, ਉਹ ਮਿਸਟਰ ਵਰਿੰਦਰ ਗੋਸਵਾਮੀ, ਉਹ ਇੱਥੇ ਆਏ ਹੈਗੇ, ਬੈਠੇ ਸੀਗੇ, ਹੁਣੇ ਮੇਰੇ ਚਲੇ ਗਏ। ਉਹ ਬੜੇ ਅੱਛੇ ਔਰ ਬੜੇ ਮੰਨੇ ਪ੍ਰਮਾਣੇ ਇਮੀਗ੍ਰੇਸ਼ਨ ਦੇ ਅਟਾਰਨੀ ਸੀਗੇ, ਜਿਨ੍ਹਾਂ ਦੇ ਕਿ ਸਾਡਾ ਬੇਟਾ ਜਿਹੜਾ ਹੈਗਾ, ਉਹਨਾਂ ਕੋਲ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਸੀਗਾ। ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਨਾਲ ਹੀ ਜਿਹੜੇ ਹੋਰ ਕਈ ਮਹਿਮਾਨ ਜਿਹੜੇ ਕਿ ਖਾਸ ਸੱਦੇ ਦੇ ਉੱਤੇ ਆਏ ਹੈਗੇ ਹੈ ਇਸ ਤੋਂ ਹੀ ਗੁਰੂ ਘਰ ਦੇ, ਪਰ ਬਹੁਤ ਦੇਰ ਬਾਅਦ ਇੱਥੇ ਆਏ, ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ। ਔਰ ਸਭ ਤੋਂ ਫਿਰ ਜਿਹੜੇ ਸਿੰਘ ਸਾਹਿਬਾਨ ਜਿਨ੍ਹਾਂ ਨੇ ਪਾਠ ਕੀਤਾ ਹੈ ਔਰ ਬੜੀ ਮਿਹਨਤ ਕੀਤੀ ਹੈਗੀ, ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ। ਔਰ ਕਮੇਟੀ ਜਿਹੜੀ ਹੈਗੀ, ਪ੍ਰੋਗਰਾਮ ਜਿਹੜੇ ਕਾਫੀ
ਇੱਥੇ ਉਦੋਂ ਬਿਜ਼ੀ ਸੀਗਾ, ਤਦ ਵੀ ਉਹਨਾਂ ਨੇ ਇਹ ਜਿਹੜਾ ਸਮਾਂ ਸੀਗਾ ਉਹ ਕੱਢ ਕੇ ਤੇ ਸਾਨੂੰ ਸਾਡੇ ਨਾਂ 'ਤੇ ਲਾਇਆ, ਅਤੇ ਅੱਜ ਇੱਕ ਪ੍ਰੋਗਰਾਮ ਜਿਹੜਾ ਅਸੀਂ ਅੱਜ ਕਰ ਸਕੇ ਹਾਂ। ਔਰ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ, ਸੈਕਟਰੀ ਸਾਹਿਬ ਦਾ, ਹੋਰ ਸਾਰੀ ਕਮੇਟੀ ਦਾ। ਇਹ ਇੰਨੇ ਸ਼ਬਦਾਂ ਨਾਲ ਮੈਂ ਖਿਮਾ ਦਾ ਇਜਾਜ਼ਤ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅੰਕਲ ਜੀ, ਕਰਨਲ ਸਾਹਿਬ, ਗਾੜਾ ਪਰਿਵਾਰ ਵੱਲੋਂ, ਜਿਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਬੜੇ ਹੀ ਪਿਆਰੇ ਸ਼ਬਦਾਂ ਵਿੱਚ ਕੀਤਾ ਹੈ। ਸੋ ਗੁਰੂ ਪਿਆਰਿਓ, ਇਸੇ ਹੀ ਪਰਿਵਾਰ ਵੱਲੋਂ ਇਹਨਾਂ ਦੇ ਬੇਟੇ ਮਨਪ੍ਰੀਤ ਸਿੰਘ ਜੀ, ਜੋ ਕਿ ਵਕੀਲ ਹਨ, 12 ਜੁਲਾਈ ਨੂੰ ਥੱਲੇ ਲੌਬੀ ਦੇ ਵਿੱਚ ਉਹ ਹੋਰ ਵੀ ਇੱਕ ਪੂਰਾ ਪੈਨਲ ਜੋ ਹੈ ਆਪਣੇ ਪਾਸ ਵਕੀਲਾਂ ਦਾ, ਅਟਰਨੀਸ ਦਾ ਪਹੁੰਚ ਰਿਹਾ ਹੈ। ਔਰ ਉਹ ਇਹ ਸੇਵਾ ਜੋ ਪਹਿਲਾਂ ਸੈਨੋਜ਼ੀ ਗੁਰਦੁਆਰਾ ਸਾਹਿਬ ਅਤੇ ਫਰੀਮੰਡ ਗੁਰਦੁਆਰਾ ਸਾਹਿਬ ਸਾਲਾਨਾ ਤੌਰ 'ਤੇ ਕਰਦੇ ਹੁੰਦੇ ਸੀ, ਇਸ ਸਾਲ ਇਹ ਆਪਣੇ ਗੁਰਦੁਆਰਾ ਸਾਹਿਬ ਐਸਪਰੈਂਟੇ ਨੂੰ ਪ੍ਰਾਪਤ ਹੋਈ ਹੈ। ਇਹਨਾਂ ਦਾ ਬਹੁਤ ਵੱਡਾ ਯਤਨ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜੋ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸਲਾਹ ਦੀ ਲੋੜ ਹੋਵੇ, ਜਾਂ ਕਿਸੇ ਨੇ ਇੱਥੇ ਦੀ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੋਵੇ, ਜਾਂ ਕਿਸੇ ਦਾ ਕੋਈ ਡਾਕੂਮੈਂਟੇਸ਼ਨ ਇੱਦਾਂ ਦਾ ਹੋਵੇ ਜਿਸ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਲਾਹ ਹੋਵੇ, ਰਸਤਾ ਦੱਸਣ ਦਾ ਯਤਨ ਕਰਨਗੇ। ਸੋ ਆਪ ਜੀ ਨੂੰ ਅਗਲੇ ਹਫਤੇ ਤੋਂ, ਜੋ ਅਗਲਾ ਹਫਤਾ ਹੈ 12 ਜੁਲਾਈ ਨੂੰ, ਉਦੋਂ ਥੱਲੇ ਲੌਬੀ ਦੇ ਵਿੱਚ ਆਪਣੇ ਪਾਸ ਇਹ ਸਾਰੇ ਵਕੀਲ ਸਾਹਿਬਾਨ ਪਹੁੰਚਣਗੇ। ਔਰ ਆਪ ਜੀ ਜਾਂ ਕਿਸੇ ਆਪ ਜੀ ਦੇ ਜਾਣਨ ਵਾਲੇ ਨੂੰ ਸਲਾਹ ਦੀ ਲੋੜ ਹੋਵੇ, ਮਦਦ ਦੀ ਲੋੜ ਹੋਵੇ, ਆਪ ਜੀ 12 ਜੁਲਾਈ ਨੂੰ ਇੱਥੇ ਜ਼ਰੂਰ ਪਹੁੰਚ ਕੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ ਜੀ। ਗੁਰੂ ਪਿਆਰਿਓ, ਸਮਾਂ ਤਕਰੀਬਨ 1:20 ਹੋਣ ਵਾਲੇ ਹਨ। ਥੋੜ੍ਹਾ ਜਿਹਾ ਅਸੀਂ ਆਪਾਂ ਲੇਟ ਹੋ ਗਏ ਹਾਂ, ਸੋ ਮੈਂ ਖਿਮਾ ਚਾਹਾਂਗਾ। ਡਾਕੂਮੈਂਟਰੀ ਜੋ ਦੀ ਬੈਟਲ ਆਫ ਅੰਮ੍ਰਿਤਸਰ ਦਿਖਾਲਣੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆਪਣਾ ਪ੍ਰੋਸੈਸ ਜੋ ਹੈ ਸ਼ੁਰੂ ਕਰਨ। ਉਸ ਤੋਂ ਬਾਅਦ ਗੁਰੂ ਪਿਆਰਿਓ, ਆਪਾਂ ਸਾਰਿਆਂ ਨੇ ਜੋ ਇਹ ਆਪਣਾ ਅਕਾਲ ਤਖਤ ਦੇ ਨਾਲ ਹਿਰਦਾ ਜੁੜਿਆ, ਕਿਤੇ ਵੀ ਕੁਛ ਉੱਥੇ ਹੁੰਦਾ ਹੈ, ਆਪਣੇ ਸਾਹ ਰੁਕ ਜਾਂਦੇ ਹਨ, ਆਪਣੀ ਦਿਲ ਦੀ ਧੜਕਣ ਹੈ ਅਕਾਲ ਤਖਤ ਹਰਿਮੰਦਰ ਸਾਹਿਬ। ਸੋ ਉਸ ਸਥਾਨ ਨੂੰ ਕੀ ਕੁਛ ਕਿਸ ਤਰ੍ਹਾਂ ਹੋਇਆ, ਇਹ ਆਪਾਂ ਜੋ ਦੇਖਾਂਗੇ, ਜ਼ਿੰਦਗੀ ਭਰ ਇਹ ਗੱਲਾਂ ਯਾਦ ਰਹਿੰਦੀਆਂ ਹਨ। ਆਪਾਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਜੋ ਦੱਸ ਸਕਦੇ ਹਾਂ ਦੇਖ ਕੇ ਕੀ ਕੁਛ ਹੋਇਆ। ਹੋਰ ਵੀ ਸਾਰੇ ਗੁਰੂ ਘਰਾਂ ਦੇ ਵਿੱਚ ਇਹਨਾਂ ਨੇ ਸੇਵਾ ਨਿਭਾਈ ਹੈ, ਅਤੇ ਆਪਣਾ ਵੀ ਇਹ ਜੋ ਸਮਾਂ ਇਹਨਾਂ ਨੇ ਦਿੱਤਾ ਹੈ, ਇਹਨਾਂ ਦਾ ਧੰਨਵਾਦ। ਸੋ ਆਓ, ਥੱਲੇ ਵੀ ਜੋ ਸੰਗਤ ਹੈ ਲੰਗਰ ਦੇ ਵਿੱਚ, ਉਹ ਵੀ ਲੰਗਰ ਪਾਣੀ ਛਕ ਕੇ ਵਾਪਸ ਜ਼ਰੂਰ ਦਰਬਾਰ ਹਾਲ ਪਹੁੰਚੋ, ਅਤੇ ਆਪਾਂ ਰਲ ਮਿਲ ਕੇ ਇਹ ਸਾਰਾ ਜੋ ਹੈ ਬੈਟਲ ਆਫ ਅੰਮ੍ਰਿਤਸਰ, ਇਹ ਡਾਕੂਮੈਂਟਰੀ ਨੂੰ ਬੜੇ ਹੀ ਆਪਾਂ ਇੱਥੇ ਜੋ ਹੈ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਹੈ, ਤਾਂ ਕਿ ਸਾਰੀ ਸੰਗਤ ਪੂਰਾ ਇਸ ਨੂੰ ਚੰਗੀ ਤਰ੍ਹਾਂ ਵਾਚ ਕਰ ਸਕੇ। ਗੁਰੂ ਪਿਆਰਿਓ, ਉਸ ਤੋਂ ਬਾਅਦ ਜੋ ਹੈ ਸਮਾਪਤੀ ਹੋਏਗੀ, ਅਰਦਾਸ ਹੋਏਗੀ, ਹੁਕਮਨਾਮਾ ਹੋਏਗਾ ਇਸ ਜੋ ਡਾਕੂਮੈਂਟਰੀ ਤੋਂ ਬਾਅਦ। ਦਾਸ ਤੋਂ ਬੋਲਦੇ ਸਮੇਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਸਾਧ ਸੰਗਤ ਮਹਾਰਾਜ ਜੀ ਬਖਸ਼ਣਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਕਿਸੇ ਮਾਂ ਵਾਂਗੂ ਹਰ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੇਰੇ ਘਰ ਤੇ ਡਾਕਾ ਪੈਣ ਵਾਲਾ ਹੈ। ਮਾਵਾਂ ਪੁੱਤਰਾਂ ਨੂੰ ਸਮਝਾਉਂਦੀਆਂ ਨੇ ਕਿ ਤੇਰੇ ਬਾਪ ਦੀ ਪਰੇ 'ਚ ਪੱਗ ਲੱਥੀ ਸੀ, ਪੁੱਤਰਾ ਤੂੰ ਮੇਰਾ ਖੂਨ ਤਾਂ ਹੈ ਜੇ ਪਰੇ 'ਚ ਬਾਪੂ ਦੀ ਲੱਥੀ ਪੱਗ ਦਾ ਬਦਲਾ ਲੈ। ਹਰਿਮੰਦਰ ਸਾਹਿਬ ਦੀ ਪ੍ਰਕਾਰਮਿਆਂ ਦੀ ਜੋ ਫਰਸ਼ ਹੈ, ਇੱਕ ਇੱਕ ਇੱਟ ਦੇ ਥੱਲੇ ਖਾਲਸਾ ਜੀ 100 ਸ਼ਹੀਦ ਸਿੰਘ ਦਾ ਸਿਰ ਲੱਗਾ, ਇੱਕ ਇੱਕ ਇੱਟ ਦੇ ਥੱਲੇ। ਇੰਨਾ ਭਾਰੀ ਖੂਨ ਡੁੱਲਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ।